ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ। ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਪਿਛਲੇ ਦਿਨਾਂ ਵਿੱਚ ਅਸੀਂ ਜਪ ਬਾਣੀ ਨੂੰ ਸੰਪੂਰਨ ਵਿਚਾਰ ਕੀਤੀ ਹੈ। ਪਹਿਲਾਂ ਪੌੜੀ ਵਾਈਜ਼, ਉਸ ਤੋਂ ਬਾਅਦ ਸਮਰੀ ਪੂਰੀ ਵਿਚਾਰ ਅਸੀਂ ਜਪ ਬਾਣੀ ਦੀ ਕੀਤੀ ਹੈ। ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਪੂਰੀ ਬਾਣੀ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਦੇ। ਜਿਸ ਤਰ੍ਹਾਂ ਵਿਚਾਰ ਬਣਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜੋ ਇਸ ਤੋਂ ਅਗਲੇ ਸ਼ਬਦ ਹਨ, ਜੋ ਸਾਡੇ ਨਿਤਨੇਮ ਦਾ ਹਿੱਸਾ ਹਨ, ਉਹਨਾਂ ਦੀ ਵਿਚਾਰ ਵੀ ਨਾਲ ਕੀਤੀ ਜਾਵੇ। ਤਾਂ ਅੱਜ ਅਸੀਂ ਉਹਨਾਂ ਸ਼ਬਦਾਂ ਨੂੰ ਸ਼ੁਰੂ ਕਰ ਰਹੇ ਹਾਂ ਜੋ ਰਹਿਰਾਸ ਬਾਣੀ ਦੇ ਵਿੱਚ ਵੀ 9 ਸ਼ਬਦ ਹਨ। ਅੱਜ ਦੀ ਵਿਚਾਰ ਸੋ ਦਰ ਤੇਰਾ ਕਿਹਾ ਇਸ ਸ਼ਬਦ ਤੋਂ ਹੁੰਦੀ ਹੈ। ਇਸ ਸ਼ਬਦ ਦੀ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਨਿਭਾ ਰਹੇ ਹਨ। ਤਾਂ ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਸ਼ਬਦ ਦੀ ਵਿਚਾਰ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਜਿਵੇਂ ਕਿ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਹੈ, ਜਿਸ ਸ਼ਬਦ ਦੀ ਆਪਾਂ ਵਿਚਾਰ ਸ਼ੁਰੂ ਕਰਨੀ ਹੈ ਉਹ ਜਪਜੀ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾ ਸ਼ਬਦ ਹੈ। ਇਸ ਦਾ ਸਿਰਲੇਖ ਜੋ ਦਿੱਤਾ ਗਿਆ ਹੈ ਉਹ 100 ਦਰ ਦਿੱਤਾ ਗਿਆ ਹੈ ਤੇ ਇਹ 5 ਸ਼ਬਦਾਂ ਦਾ ਸਮੂਹ ਵੀ ਜੋ ਹੈ ਅੱਗੇ ਇਹ ਇੱਕੋ ਹੀ ਸੈਕਸ਼ਨ ਬਣਾ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਗਿਆ ਤੇ ਇਹਨਾਂ ਨੂੰ ਸੋਦਰ ਦੇ ਸ਼ਬਦ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਵੱਖਰਾ ਸੈਕਸ਼ਨ ਬਣਾਇਆ ਗਿਆ ਹੈ। ਤੋ ਇਹ ਜੋ 100 ਦਰ ਲਫ਼ਜ਼ ਹੈ ਇਹ ਸਾਰੇ ਸੈਕਸ਼ਨ ਦਾ ਹੀ ਜੋ ਆਪਾਂ ਕਹਿ ਸਕਦੇ ਹਾਂ ਕਿ ਹੈਡਿੰਗ ਹੈ। ਔਰ ਇਹ ਸ਼ਬਦ ਜਿਹੜੇ ਇਸ ਸ਼ਬਦ ਦੇ ਪਹਿਲੇ 2 ਸ਼ਬਦ ਹਨ ਤੋ ਆਪਣੇ ਆਪ ਵਿੱਚ ਇੱਕ ਇਸ਼ਾਰਾ ਹੈ ਸਤਿਗੁਰੂ ਜੀ ਵੱਲੋਂ ਇਸ ਸ਼ਬਦ ਦੀ ਮਹੱਤਤਾ ਦਾ। ਜਿਵੇਂ ਵੀਰ ਜੀ ਨੇ ਦੱਸਿਆ, ਸੂਰਜ ਡੁੱਬਣ ਵੇਲੇ ਅਸੀਂ ਜਿਸ ਬਾਣੀ ਦਾ ਪਾਠ ਕਰਦੇ ਹਾਂ ਨਿਤਨੇਮ ਦੇ ਹਿੱਸੇ ਵਿੱਚੋਂ, ਜਿਸ ਨੂੰ ਅਸੀਂ ਰਹਿਰਾਸ ਸਾਹਿਬ ਕਹਿੰਦੇ ਹਾਂ, ਉਸ ਦਾ ਵੀ ਇਹ ਪਹਿਲਾ ਸ਼ਬਦ ਹੈ। ਬਾਣੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਪਹਿਲਾਂ ਇਸ ਬਾਣੀ ਦਾ ਨਾਮ ਵੀ ਜੋ ਸ਼ਾਮ ਦੇ ਟਾਈਮ ਬਾਣੀ ਦਾ ਪਾਠ ਕੀਤਾ ਜਾਂਦਾ ਸੀ ਉਸ ਦਾ ਨਾਮ ਵੀ ਸੋਦਰ ਹੀ ਕਿਹਾ ਜਾਂਦਾ ਸੀ, ਜਿਵੇਂ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ। ਪਰ ਦਸਮ ਪਾਤਸ਼ਾਹ ਦੇ ਸਮੇਂ ਤੱਕ ਇਸ ਬਾਣੀ ਨੂੰ ਰਹਿਰਾਸ ਦਾ ਨਾਮ ਜਿਹੜਾ ਸੀ ਉਹ ਪ੍ਰਚਲਿਤ ਹੋ ਚੁੱਕਾ ਸੀ, ਕਿਉਂਕਿ ਉਸ ਵਕਤ ਤੇ ਜੋ ਰਹਿਤਨਾਮੇ ਲਿਖੇ ਗਏ ਉਹਨਾਂ ਵਿੱਚ ਇਸ ਬਾਣੀ ਦਾ ਨਾਮ ਸੰਧਿਆ ਵੇਲੇ ਜੋ ਕਰਨ ਦੀ ਹੁੰਦੀ ਹੈ ਉਸ ਦਾ ਨਾਮ ਰਹਿਰਾਸ ਪ੍ਰਚਲਿਤ ਹੁੰਦਾ ਹੈ, ਇਹ ਪਤਾ ਲੱਗਦਾ ਸੀ। ਇਸ ਸ਼ਬਦ ਦੀ ਵਿਚਾਰ ਵੈਸੇ ਆਪਾਂ ਇੱਕ ਵਾਰੀ ਕਰ ਚੁੱਕੇ ਹਾਂ। ਤੋ ਇਸ ਦਾ ਵਿਸ਼ਾ ਕੇਵਲ ਇਹੀ ਸਾਨੂੰ ਦ੍ਰਿੜ ਕਰਾਉਣਾ ਹੈ ਕਿ ਸਾਡਾ ਇਸ਼ਟ ਜੋ ਹੈ ਉਹ ਕੇਵਲ ਇੱਕ ਅਕਾਲ ਪੁਰਖ ਹੈ ਔਰ ਉਹ ਸਭ ਤੋਂ ਮਤਲਬ ਅਸੀਂ ਕਹੀਏ ਵੀ ਸੁਪਰੀਮ ਹੈ, ਸਭ ਤੋਂ ਉੱਚਾ ਹੈ। ਇਹ ਸਾਨੂੰ ਦ੍ਰਿੜ ਕਰਾਉਣਾ ਹੈ ਸਤਿਗੁਰੂ ਜੀ। ਇਹਦੇ ਵਾਸਤੇ ਇੱਕ ਨਾਟਕੀ ਢੰਗ ਵਰਤਿਆ ਹੈ ਤੇ ਉਹਨਾਂ ਨੇ ਬਹੁਤ ਸਾਰੀਆਂ ਸ਼ਕਤੀਆਂ ਨੂੰ, ਦੇਵੀ ਦੇਵਤੇ ਤੇ ਹੋਰ ਜਿਨ੍ਹਾਂ ਦਾ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ, ਜਿਨ੍ਹਾਂ ਦੇ ਨਾਲ ਸਾਨੂੰ ਅਕਸਰ ਜੋੜ ਦਿੱਤਾ ਜਾਂਦਾ ਹੈ, ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਦੇ ਦਰ ਦੇ ਉੱਤੇ ਗਾਉਣ ਵਾਲੇ, ਮੰਗਣ ਵਾਲੇ, ਉਹਨਾਂ ਦੀ ਰਜ਼ਾ, ਉਹਦੇ ਹੁਕਮ ਵਿੱਚ ਚੱਲਣ ਵਾਲੇ ਦ੍ਰਿੜ ਕਰਾਇਆ ਹੈ। ਭਾਵ ਇਹ ਸਾਵਧਾਨ ਕੀਤਾ ਹੈ ਕਿ ਇਹ ਸਭ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਇਹ ਉਸ ਦੇ ਦਰ ਦੇ ਉੱਤੇ ਗਾਉਣ ਵਾਲੇ ਹੀ ਹਨ। ਅਸੀਂ ਅਕਾਲ ਪੁਰਖ ਨਾਲ ਜੁੜਨਾ ਹੈ। ਇਹ ਗੱਲ ਸਤਿਗੁਰੂ ਜੀ ਨੇ ਅੰਤਲੇ ਭਾਗ ਦੇ ਵਿੱਚ ਸਾਨੂੰ ਫਿਰ ਦ੍ਰਿੜ ਕਰਾਈ ਹੈ ਔਰ ਦ੍ਰਿੜ ਕਰਾਈ ਹੈ ਕਿ ਕਿਸ ਦੇ ਨਾਲ ਜੁੜਨਾ ਹੈ, ਉਹ ਕੈਸਾ ਹੈ, ਉਹਦੇ ਬਾਰੇ ਦੱਸਿਆ ਹੈ।
ਤੇ ਫਿਰ ਇਹ ਦੱਸਿਆ ਕਿ ਅਸੀਂ ਉਹਦੇ ਨਾਲ ਜੁੜਨਾ ਹੈ ਤੇ ਕਿਸ ਤਰ੍ਹਾਂ ਜੁੜਨਾ। ਤੋ ਆਓ ਇਸ ਸ਼ਬਦ ਦੀ ਵਿਚਾਰ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਇਸ ਸ਼ਬਦ ਦਾ ਇੱਕ ਵਾਰੀ ਆਪਾਂ ਪਾਠ ਕਰ ਲਈਏ ਜੀ। ਸੋ ਦਰ ਰਾਗ ਆਸਾ ਮਹਿਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸਿਉ ਕਈਆਂ, ਕੀਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾ ਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰਖੇ ਤੇਰੇ ਧਾਰੇ। ਸੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾਵਨ। ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨੋ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਣਾ ਜਾਈ। ਸੋ ਪਾਤਸ਼ਾਹ ਸਾਹ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ। ਦਰ ਤੋਂ ਭਾਵ ਦਰਵਾਜ਼ਾ। ਸੋ ਦਰ ਤੇਰਾ ਕਿਹਾ ਭਾਵ ਤੇਰਾ ਉਹ ਦਰ ਕੈਸਾ ਹੈ, ਕਿਹੋ ਜਿਹਾ ਹੈ, ਭਾਵ ਕਿੰਨਾ ਅਸਚਰਜ ਹੈ। ਸੋ ਘਰ ਕਿਹਾ, ਤੇਰਾ ਦਰ ਤੇ ਘਰ ਇਹ ਦੋਨੋਂ ਕੈਸੇ ਹਨ, ਅਸਚਰਜ ਹਨ। ਜਿੱਥੇ ਬੈਠ ਕੇ ਜਿਤ ਬਹਿ ਸਰਬ ਸੰਭਾਲੇ, ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ। ਹੇ ਪ੍ਰਭੂ, ਤੇਰਾ ਉਹ ਘਰ ਤੇ ਉਸ ਘਰ ਦਾ ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇ। ਕਿਹਾ ਭਾਵ ਕੈਸਾ, ਭਾਵ ਕਿੰਨਾ ਅਸਚਰਜ, ਜਿੱਥੇ ਬੈਠ ਕੇ ਤੂੰ ਜੀਵਾਂ ਦੀ ਸੰਭਾਲ ਕਰ ਰਿਹਾ। ਉਹਨੇ ਸਤਿਗੁਰੂ ਜੀ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਉਹ ਅਕਾਲ ਪੁਰਖ ਕਿੱਡਾ ਕੁ ਵੱਡਾ ਹੈ। ਤੋ ਸਤਿਗੁਰੂ ਜੀ ਨੇ ਇੱਥੇ ਦੋ ਚੀਜ਼ਾਂ ਦੀ ਵਰਤੋਂ ਕੀਤੀ ਹੈ, ਦਰ ਤੇ ਘਰ। ਕਿਉਂਕਿ ਆਮ ਤੌਰ ਤੇ ਜਿਹੜਾ
ਕੋਈ ਵਿਅਕਤੀ ਜਿੰਨਾ ਵੱਡਾ ਹੁੰਦਾ ਹੈ, ਜਿੰਨਾ ਉਹਦਾ ਰੁਤਬਾ ਵੱਡਾ ਹੁੰਦਾ ਹੈ, ਉਹਦਾ ਦਰ ਤੇ ਘਰ ਬੜਾ ਵੱਡਾ ਹੁੰਦਾ ਹੈ। ਇਹ ਗੱਲ ਜਿਹੜੀ ਹੈ ਸਾਡੇ ਜਗਤ ਦੇ ਜਿਹੜੇ ਰੂਲਰਸ ਹਨ, ਹੁਕਮਰਾਨ ਹਨ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹਨ ਕਿ ਉਹਨਾਂ ਦੀ ਵਡਿਆਈ ਇਹਨਾਂ ਚੀਜ਼ਾਂ ਵਿੱਚੋਂ ਸਾਬਤ ਹੁੰਦੀ ਹੈ। ਤਾਂ ਬੜੇ ਵੱਡੇ ਵੱਡੇ ਦਰਵਾਜ਼ੇ ਬਣਾਏ ਜਾਂਦੇ ਹਨ। ਅਕਬਰ ਬਾਦਸ਼ਾਹ ਨੇ ਜਦੋਂ ਫਤਿਹਪੁਰ ਸੀਕਰੀ ਬਣਾਇਆ ਤੇ ਉੱਥੇ ਬੁਲੰਦ ਦਰਵਾਜ਼ਾ ਬਣਾਇਆ, ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਦਰਵਾਜ਼ਾ ਕਿਹਾ ਜਾਂਦਾ ਹੈ, ਜਿਹਦੇ ਵਿੱਚੋਂ ਦੀ ਉਸ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਬਾਕੀ ਵੀ ਰਾਜਿਆਂ ਨੇ ਜਦੋਂ ਨਗਰ ਦੇ ਵਿੱਚ, ਮਹਿਲ ਦੇ ਵਿੱਚ, ਕਿਲੇ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਜਿਹੜੇ ਦੁਆਰ ਹੁੰਦੇ ਸਨ, ਉਹਦੇ ਤੇ ਵਿਸ਼ੇਸ਼ ਧਿਆਨ ਦਿੰਦੇ ਸਨ ਤਾਂ ਕਿ ਉਸ ਤੋਂ ਉਹਨਾਂ ਦੀ ਵਡਿਆਈ ਦਾ ਪਤਾ ਲੱਗੇ। ਤਾਂ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਉਹੋ ਜਿਹਾ ਹੀ ਨਕਸ਼ਾ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਅਸੀਂ ਇਹਨਾਂ ਸਿੰਬਲਸ ਨੂੰ ਸਮਝਦੇ ਹਾਂ ਕਿ ਦਰਵਾਜ਼ਾ ਵੱਡਾ ਹੋਣਾ, ਘਰ ਵੱਡਾ ਹੋਣਾ, ਮਹਿਲ ਵੱਡਾ ਹੋਣਾ, ਇਹ ਚੀਜ਼ਾਂ ਦੀ ਅਸੀਂ ਮਹੱਤਵ ਜੋ ਹੈ ਉਹ ਸਾਡੀ ਨਜ਼ਰ ਦੇ ਵਿੱਚ ਹੈ। ਤਾਂ ਸਤਿਗੁਰੂ ਜੀ ਹੁਣ ਕਹਿ ਰਹੇ ਹਨ ਕਿ ਜ਼ਰਾ ਸੋਚੋ ਕਿ ਜੇ ਉਸ ਦਾ ਦਰ, ਉਸ ਦੇ ਘਰ ਦੀ ਅਸੀਂ ਕਲਪਨਾ ਕਰੀਏ, ਕਿਉਂਕਿ ਇਹ ਤਾਂ ਰਾਜੇ ਉਹ ਹਨ ਜਿਹੜੇ ਧਰਤੀ ਦਾ ਇੱਕ ਛੋਟਾ ਜਿਹਾ ਟੁਕੜਾ ਉਹਦੀ ਸੰਭਾਲ ਕਰ ਰਹੇ ਹਨ, ਉਹਦੇ ਤੇ ਰਾਜ ਕਰ ਰਹੇ ਹਨ, ਪਰ ਅਕਾਲ ਪੁਰਖ ਤੇ ਸਾਰੀ ਧਰਤੀ ਦੇ ਜੀਵਾਂ ਦੀ ਸੰਭਾਲ ਕਰ ਰਹੇ ਹਨ। ਤੇ ਜੇ ਅਸੀਂ ਉਹਦੇ ਦਰ ਤੇ ਘਰ ਦੀ ਕਲਪਨਾ ਕਰੀਏ ਤਾਂ ਉਹ ਕੈਸਾ ਹੋਵੇਗਾ? ਉਹ ਤਾਂ ਬਿਆਨ ਤੋਂ ਬਾਹਰ ਹੈ। ਇੰਨਾ ਵੱਡਾ ਹੋਵੇਗਾ, ਇੰਨਾ ਸੁੰਦਰ ਹੋਵੇਗਾ ਕਿ ਅਸੀਂ ਉਹਨੂੰ ਸਵਾਏ ਅਚਰਜ ਦੇ ਹੋਰ ਕੁਝ ਕਹਿਣ ਦੇ ਕਾਬਿਲ ਨਹੀਂ ਹੈ। ਬਹੁਤ ਵੱਡਾ ਹੋਵੇਗਾ, ਬਹੁਤ ਸੁੰਦਰ ਹੋਵੇਗਾ, ਅਚਰਜ ਹੋਵੇਗਾ। ਹੁਣ ਇਸ ਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਜੀ ਸਾਨੂੰ ਉਹ ਕੋਈ ਫਿਜ਼ੀਕਲ ਦਰ ਜਾਂ ਫਿਜ਼ੀਕਲ ਘਰ ਦੀ ਸਾਨੂੰ ਉਹ ਕੋਈ ਸਿਧਾਂਤ ਦੇ ਰਹੇ ਹਨ। ਇਹ ਸਿਰਫ ਸਾਡੀ ਭਾਸ਼ਾ ਵਰਤ ਕੇ ਸਤਿਗੁਰੂ ਜੀ ਉਹ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਉਹ ਅਕਾਲ ਪੁਰਖ ਕਿੱਡਾ ਕੁ ਵੱਡਾ ਹੋਵੇਗਾ, ਕਿੱਡਾ ਕੁ ਮਹਾਨ ਹੋਵੇਗਾ, ਕਿੱਡਾ ਕੁ ਅਚਰਜ ਉਹਦਾ ਉਹ ਥਾਂ ਹੋਵੇਗਾ, ਜੇ ਅਸੀਂ ਇਹ ਮੰਨੀਏ ਕਿ ਉਹਦਾ ਕੋਈ ਥਾਂ ਹੈ, ਜਿਵੇਂ ਕਿ ਹੋਰ ਧਰਮਾਂ ਦੇ ਵਿੱਚ ਸਾਨੂੰ ਦੱਸ ਦਿੱਤਾ ਜਾਂਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ, ਕਿਉਂਕਿ ਅਸਲ ਦੇ ਵਿੱਚ ਗੁਰਮਤਿ ਸਿਧਾਂਤ ਤਾਂ ਇਹੀ ਹੈ ਕਿ ਉਹ ਅਕਾਲ ਪੁਰਖ ਆਪਣੀ ਰਚਨਾ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ, ਸਾਡੇ ਹਿਰਦਿਆਂ ਵਿੱਚ, ਹਰ ਜੀਵ ਦੇ ਵਿੱਚ ਵਸ ਰਿਹਾ ਹੈ। ਤੋ ਇਸ ਕਰਕੇ ਇਹ ਕੋਈ ਸਿਧਾਂਤ ਨਹੀਂ ਹੈ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਦਿੱਤਾ, ਇਹ ਸਿਰਫ ਸਮਝਾਉਣ ਦਾ ਇੱਕ ਢੰਗ ਹੈ। ਜਿਵੇਂ ਕਿ ਉਸਤਾਦ ਬੱਚੇ ਦੇ ਲੈਵਲ ਦੇ ਮੁਤਾਬਕ ਕੋਈ ਗੱਲ ਸਮਝਾਉਣੀ ਹੁੰਦੀ ਹੈ ਤੇ ਇਸ ਤਰ੍ਹਾਂ ਦੀ ਐਗਜ਼ਾਮਪਲਸ ਨੂੰ ਵਰਤ ਲੈਂਦੇ ਹਨ, ਉਸ ਤਰ੍ਹਾਂ ਸਤਿਗੁਰੂ ਜੀ ਨੇ ਇਹਨੂੰ ਵਰਤਿਆ। ਤੇ ਇਹੋ ਜਿਹੇ ਥਾਵਾਂ ਦੀ ਇੱਕ ਹੋਰ ਵੱਡੀ ਜਿਹੜੀ ਖਾਸੀਅਤ ਗਿਣੀ ਜਾਂਦੀ ਹੈ, ਜਦੋਂ ਵੱਡੇ ਵੱਡੇ ਹੁਕਮਰਾਨ ਕਿਤੇ ਆਉਂਦੇ ਜਾਂਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਭੇਰੀਆਂ ਤੇ ਹੋਰ ਕਈ ਕੁਝ ਵਜਾਇਆ ਜਾਂਦਾ ਹੈ, ਬੜੇ ਵੱਡੇ ਵੱਡੇ ਬੈਂਡ ਨਾਲ ਲੈ ਕੇ ਚੱਲੇ ਜਾਂਦੇ ਹਨ। ਤੋ ਅੱਗੇ ਸਤਿਗੁਰੂ ਜੀ ਸ਼ਾਇਦ ਸਾਨੂੰ ਉਹਦੇ ਬਾਰੇ ਕੁਝ ਸਮਝਾਉਣਾ ਚਾਹੁੰਦੇ ਹਨ, ਪਰ ਐਗਜ਼ਾਮਪਲਸ ਉਹ ਦੇ ਰਹੇ ਹਨ ਜਿਹੜੇ ਅਕਾਲ ਪੁਰਖ ਦੇ ਘਰ ਭਾਵ ਇਸ ਸ੍ਰਿਸ਼ਟੀ ਦੇ ਵਿੱਚੋਂ ਹਨ, ਇਸ ਕੁਦਰਤ ਦੇ ਵਿੱਚੋਂ ਹਨ। ਉਹ ਕੋਈ ਨਕਲੀ ਬੈਂਡ ਜਿਹੜੇ ਵਜਾਏ ਜਾਂਦੇ ਹਨ ਜਾਂ ਢੋਲ ਢਮੱਕਾ ਕੀਤਾ ਜਾਂਦਾ, ਉਹਦੀ ਉਦਾਹਰਨ ਨਹੀਂ ਦੇ ਰਹੇ। ਹੁਣ ਸਤਿਗੁਰੂ ਜੀ ਸਾਨੂੰ ਸਿੱਧਾ ਉੱਥੇ ਲੈ ਕੇ ਜਾ ਰਹੇ ਹਨ ਜੋ ਅਕਾਲ ਪੁਰਖ ਦੇ ਵਸਣ ਦੀ ਥਾਂ ਹੈ, ਉਹਦੀ ਕੁਦਰਤ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਨ। ਨਾਦ ਦਾ ਅਰਥ ਆਵਾਜ਼ ਹੈ, ਸ਼ਬਦ ਹੈ, ਰਾਗ ਹੈ। ਔਰ ਨਾਦ ਤੋਂ ਹੀ ਕਿਹਾ ਜਾਂਦਾ ਹੈ ਕਿ ਜਗਤ ਦੀ ਉਤਪਤੀ ਹੋਈ ਹੈ, ਤੇ ਤਰ੍ਹਾਂ ਤਰ੍ਹਾਂ ਦੇ ਨਾਦਾਂ ਨੂੰ ਵਿਸ਼ੇਸ਼ ਪਵਿੱਤਰਤਾ ਜੋ ਹੈ ਉਹ ਵੀ ਮੰਨੀ ਜਾਂਦੀ ਹੈ। ਤਾਂ ਸਤਿਗੁਰੂ ਜੀ ਹੁਣ ਇੱਥੇ ਕਹਿ ਰਹੇ ਹਨ ਕਿ ਤੇਰੀ ਰਚੀ ਹੋਈ ਇਸ ਕੁਦਰਤ ਦੇ ਵਿੱਚ ਅਨੇਕਾਂ ਹੀ ਰਾਗ ਹਨ, ਅਨੇਕਾਂ ਹੀ ਨਾਦ ਹਨ, ਅਨੇਕਾਂ ਹੀ ਅਣਗਿਣਤ ਰਾਗ ਤੇ ਅਨੇਕਾਂ ਹੀ ਤਰ੍ਹਾਂ ਦੇ ਵਾਜੇ ਹਨ। ਅਨੇਕ ਤੇ ਅਸੰਖ, ਅਨੇਕ ਦਾ ਭਾਵ ਹੈ ਅਨੇਕਾਂ ਕਿਸਮਾਂ ਦੇ, ਤੇ ਅਸੰਖਾਂ ਦਾ ਭਾਵ ਹੈ ਕਿ ਅਨੇਕ ਗਿਣਤੀ, ਭਾਵ ਬਹੁਤ ਵੱਡੀ ਅਸੰਖ ਗਿਣਤੀ। ਕਿਤੇ ਤੇਰੇ, ਫਿਰ ਅਸੰਖ ਦੀ ਕਿ ਕਿੰਨੇ ਕੁ ਤੇਰੇ ਉਹਨਾਂ ਸਾਜ਼ਾਂ ਨੂੰ ਵਾਵਣ ਹਾਰੇ, ਭਾਵ ਵਜਾਉਣ ਵਾਲੇ ਹਨ। ਤੋ ਸਤਿਗੁਰੂ ਜੀ ਕਹਿ ਰਹੇ ਹਨ ਤੇਰੀ ਇਸ ਸ੍ਰਿਸ਼ਟੀ ਦੇ ਵਿੱਚ ਜੋ ਕਿ ਤੇਰਾ ਅਸਲ ਘਰ ਹੈ, ਇਸ ਦੇ ਵਿੱਚ ਅਣਗਿਣਤ ਤਰ੍ਹਾਂ ਦੇ ਰਾਗ ਵੱਜ ਰਹੇ ਹਨ। ਹਰ ਪਸ਼ੂ ਪੰਛੀ ਦਾ ਆਪਣਾ ਆਵਾਜ਼ ਹੈ। ਤੋ ਇਸ ਕਿਸਮ ਦੇ ਨਾਲ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਕਿਸਮ ਦੇ ਰਾਗ ਵੱਜ ਰਹੇ ਹਨ, ਅਨੇਕਾਂ ਕਿਸਮ ਦੇ ਵਾਜੇ ਵੱਜ ਰਹੇ ਹਨ।
ਤੇ ਅਨੇਕਾਂ ਹੀ ਇਹਦੇ ਵਜਾਉਣ ਵਾਲੇ ਹਨ, ਗਾਉਣ ਵਾਲੇ ਹਨ, ਇਹਨਾਂ ਰਾਗਾਂ ਨੂੰ, ਆਵਾਜ਼ਾਂ ਨੂੰ ਕੱਢਣ ਵਾਲੇ ਹਨ। ਤੇ ਸਤਿਗੁਰੂ ਜੀ ਅੱਗੇ ਕਹਿੰਦੇ ਹਨ, ਕਿਤੇ ਤੇਰੇ ਰਾਗ ਭਰੀ ਸਿਉ ਕਈ, ਕਿਤੇ ਤੇਰੇ ਭਾਵ ਅਨੇਕਾਂ ਹੀ ਤੇਰੇ ਰਾਗ ਹਨ। ਪਰੀ ਸਿਉ, ਪਰੀ ਦਾ ਭਾਵ ਹੈ ਰਾਗ ਦੇ ਨਾਲ ਰਾਗਣੀਆਂ ਮੰਨੀਆਂ ਜਾਂਦੀਆਂ ਹਨ, ਤਾਂ ਪਰੀ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਰਾਗ ਪਰੀ ਸਿਉ, ਪਰੀਆਂ ਸਮੇਤ ਕਈਆਂ ਕਹੇ ਜਾਂਦੇ ਹਨ, ਕਿਉਂਕਿ ਆਮ ਮੰਨਿਆ ਜਾਂਦਾ ਹੈ। ਕੇਤੇ ਤੇਰੇ ਗਾਵਣ ਹਨ, ਤਾਂ ਕਈਆਂ ਦਾ ਭਾਵ ਹੈ ਕਿ ਸਤਿਗੁਰੂ ਕਹਿੰਦੇ ਹਨ ਕਿ ਇਹ ਕਿਹਾ ਜਾਂਦਾ ਹੈ ਕਿ ਤੇਰੇ ਅਨੇਕਾਂ ਰਾਗ ਤੇ ਰਾਗਣੀਆਂ ਹਨ। ਤੇ ਇੰਨੇ ਜਿਹੜੇ ਰਾਗ, ਕਿਤੇ ਭਾਵ ਅਸੰਖ ਅਣਗਿਣਤ ਤੇਰੇ ਰਾਗ ਤੇ ਰਾਗਣੀਆਂ ਹਨ, ਤੇ ਅਣਗਿਣਤ ਹੀ ਇਹਨਾਂ ਨੂੰ ਗਾਉਣ ਵਾਲੇ ਹਨ। ਭਾਵ ਹੇ ਅਕਾਲ ਪੁਰਖ, ਇਸ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਵਾਜੇ ਵੱਜ ਰਹੇ ਹਨ, ਅਨੇਕਾਂ ਵਜਾਉਣ ਵਾਲੇ ਹਨ, ਅਨੇਕਾਂ ਗਾਉਣ ਵਾਲੇ ਹਨ, ਤੇ ਅਨੇਕਾਂ ਹੀ ਰਾਗ ਤੇ ਰਾਗਣੀਆਂ ਸਮੇਤ ਗਾਏ ਜਾ ਰਹੇ ਹਨ। ਤੇਰੀ ਉਸਤਤ ਦੇ ਵਿੱਚ, ਤੇਰੀ ਸਿਫਤ ਸਲਾਹ ਦੇ ਵਿੱਚ ਤੇਰੇ ਗੁਣ ਗਾਏ ਜਾ ਰਹੇ ਹਨ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਅਨੇਕਾਂ ਹੀ ਤੇਰੇ ਗਾਵਣ ਵਾਲੇ। ਤਾਂ ਹੁਣ ਅੱਗੇ ਸਤਿਗੁਰੂ ਜੀ ਇਹਨਾਂ 3 ਪੰਕਤੀਆਂ ਤੋਂ ਬਾਅਦ ਅੱਗੇ ਗੱਲ ਸ਼ੁਰੂ ਕਰਦੇ ਹਨ ਕਿ ਉਸ ਅਕਾਲ ਪੁਰਖ ਦਾ ਦਰ, ਜੋ ਕਿ ਅਸਲ ਵਿੱਚ ਉਹਦੀ ਕੁਦਰਤ ਹੀ ਹੈ, ਉਹ ਕਿਤਨੀ ਅਚਰਜ ਹੈ, ਕਿਤਨੇ ਅਨੇਕਾਂ ਤਰ੍ਹਾਂ ਦੇ ਉਹਦੇ ਚ ਰਾਗ, ਨਾਦ, ਸਾਜ਼, ਰਾਗਣੀਆਂ, ਇਹ ਸਭ ਵੱਜ ਰਹੇ ਹਨ, ਗਾਏ ਜਾ ਰਹੇ ਹਨ, ਤੇ ਅਨੇਕਾਂ ਹੀ ਇਹਨਾਂ ਨੂੰ ਵਜਾਉਣ ਵਾਲੇ, ਗਾਉਣ ਵਾਲੇ ਹਨ। ਤੇ ਹੁਣ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਗਾਉਣ ਵਾਲੇ ਕੌਣ ਹਨ, ਕਿਉਂਕਿ ਪ੍ਰਭੂ ਦੇ ਦਰ ਤੇ ਗਾਉਣ ਵਾਲੇ ਵੀ ਜਿਹੜੇ ਹਨ, ਉਹ ਵੀ ਸਤਿਗੁਰੂ ਜੀ ਨੇ ਅੱਗੇ ਜੋ ਜ਼ਿਕਰ ਕੀਤਾ ਹੈ, ਉਹਦੇ ਵਿੱਚ ਵੀ ਇੱਕ ਰਮਜ਼ ਹੈ, ਜਿਹੜੀ ਆਪਾਂ ਅੱਗੇ ਜਾ ਕੇ ਸਮਝਣ ਦਾ ਯਤਨ ਕਰਾਂਗੇ ਕਿ ਸਤਿਗੁਰੂ ਜੀ ਕੀ ਸਮਝਾ ਰਹੇ ਹਨ ਸਾਨੂੰ ਇਸ ਸ਼ਬਦ ਦੇ ਵਿੱਚ। ਹੁਣ ਸਤਿਗੁਰੂ ਜੀ ਕਹਿੰਦੇ ਹਨ, ਗਾਵਨ ਤੁਧ ਨੂੰ ਪਵਨ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਭਾਵ ਗਾ ਰਹੇ ਹਨ, ਗਾਉਂਦੇ ਹਨ। ਤੁਧ ਨੂੰ, ਇਹ ਅਕਾਲ ਪੁਰਖ, ਤੈਨੂੰ ਗਾਉਂਦੇ ਹਨ। ਕੌਣ? ਪਵਨ, ਪਾਣੀ ਤੇ ਬਸੰਤਰ। ਪਵਨ ਭਾਵ ਹਵਾ, ਪਾਣੀ ਭਾਵ ਜੋ ਪਾਣੀ ਹੈ, ਤੇ ਬਸੰਤਰ ਦਾ ਅਰਥ ਹੈ ਅੱਗ। ਤੋ ਇਹ ਤਿੰਨੋਂ ਉਹ ਤੱਤ ਹਨ ਜਿਨ੍ਹਾਂ ਨਾਲ ਸਾਡਾ ਜੀਵਨ ਚੱਲਦਾ ਹੈ। ਇਹ ਉਹਨਾਂ 5 ਤੱਤਾਂ ਦੇ ਵਿੱਚੋਂ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਤਿੰਨੋਂ ਵੀ ਤੇਰੀ ਉਸਤਤ ਕਰ ਰਹੇ ਹਨ। ਵੈਸੇ ਇਹਨਾਂ ਤਿੰਨਾਂ ਨੂੰ ਦੇਵੀ ਦੇਵਤੇ ਵੀ ਮੰਨਿਆ ਜਾਂਦਾ। ਸੁਪਰ ਨੈਚੁਰਲ ਬੀਇੰਗਸ ਭਾਵ ਮਨੁੱਖ ਤੋਂ ਉੱਪਰ ਦੇ ਜਿਹੜੇ ਜੀਵ ਹਨ, ਉਹਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਸ਼ੁਮਾਰ ਕੀਤਾ ਜਾਂਦਾ ਹੈ। ਇਹਨਾਂ ਨੂੰ ਦੇਵਤੇ ਵੀ ਮੰਨਿਆ ਜਾਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਅਕਾਲ ਪੁਰਖ, ਤੈਨੂੰ ਪੌਣ, ਪਾਣੀ ਤੇ ਅਗਨੀ ਗਾ ਰਹੇ ਹਨ, ਤੇਰੇ ਗੁਣ ਗਾ ਰਹੇ ਹਨ। ਅੱਗੇ ਸਤਿਗੁਰੂ ਕਹਿੰਦੇ ਹਨ, ਗਾਵੈ ਰਾਜਾ ਧਰਮ ਦੁਆਰੇ। ਤੇਰੇ ਦੁਆਰੇ ਤੇ ਖੜਾ, ਤੇਰੇ ਦਰ ਤੇ ਖੜਾ ਗਾ ਰਿਹਾ ਹੈ ਕੌਣ? ਰਾਜਾ ਧਰਮ। ਉਹ ਰਾਜਾ ਧਰਮ ਜਿਸ ਨੂੰ ਸਾਡੇ ਸਨਾਤਨ ਧਰਮ ਦੇ ਵਿੱਚ, ਸਾਡੇ ਦੇਸ਼ ਵਿੱਚ ਮੰਨਿਆ ਜਾਂਦਾ ਹੈ ਕਿ ਉਹ ਸ਼ਕਤੀ ਹੈ ਜਿਹੜੀ ਮਨੁੱਖ ਦੇ ਇਸ ਜੀਵਨ ਦੀ ਸਫਲਤਾ ਅਸਫਲਤਾ ਦਾ ਫੈਸਲਾ ਕਰਦਾ ਹੈ, ਹਿਸਾਬ ਲਗਾ ਕੇ ਕਿ ਇਸ ਬੰਦੇ ਨੇ ਜੀਵਨ ਦੇ ਵਿੱਚ ਕੈਸੇ ਕੰਮ ਕੀਤੇ ਹਨ। ਉਹ ਰਾਜਾ ਧਰਮ ਭਾਵ ਧਰਮ ਰਾਜ ਜੋ ਹੈ, ਉਹ ਵੀ ਤੇਰੇ ਦਰ ਦੇ ਉੱਤੇ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਿਹਾ। ਭਾਵ ਤੇਰੇ ਦਰ ਦੇ ਉੱਤੇ ਉਹ ਵੀ ਤੇਰੀ ਉਸਤਤ ਕਰ ਰਿਹਾ ਹੈ। ਤੂੰ ਐਡਾ ਵੱਡਾ ਹੈ ਕਿ ਤੇਰੇ ਦਰ ਦੇ ਉੱਤੇ ਪੌਣ, ਪਾਣੀ, ਬੈਸੰਤਰ ਤੇ ਧਰਮ ਰਾਜ ਸਾਰੇ ਤੇਰੇ ਦਰ ਤੇ ਖੜੇ ਤੇਰੇ ਗੁਣ ਗਾ ਰਹੇ ਹਨ, ਤੇਰੀ ਉਸਤਤ ਕਰ ਰਹੇ ਹਨ। ਗਾਵਨ ਤੁਧ ਨੂੰ ਚਿੱਤ ਗੁਪਤ, ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਹੋਰ ਕੌਣ ਗਾ ਰਹੇ ਹਨ? ਗਾਵਨ ਤੁਧ ਨੂੰ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਤੈਨੂੰ ਗਾ ਰਹੇ ਹਨ ਚਿੱਤ ਗੁਪਤ। ਚਿੱਤਰ ਤੇ ਗੁਪਤ, ਇਹ 2 ਕਰੈਕਟਰਸ ਹਨ ਜੋ ਪੁਰਾਣੇ ਖਿਆਲਾਂ ਦੇ ਮੁਤਾਬਕ ਮੰਨੇ ਗਏ ਹਨ
ਕਿ ਇਹ ਦੋ ਜਣੇ ਬੈਠ ਕੇ ਜੀਵ ਦੇ ਚੰਗੇ ਤੇ ਮੰਦੇ ਕਰਮਾਂ ਦਾ ਹਿਸਾਬ ਲਿਖਦੇ। ਇਹਨਾਂ ਦੇ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਮਸ਼ਹੂਰ ਹਨ ਕਿ ਇਹ ਇੱਕ ਇੱਕ ਕਰਮ ਨੂੰ ਲਿਖ ਲੈਂਦੇ। ਇਹੀ ਸਤਿਗੁਰਾਂ ਨੇ ਕਿਹਾ ਜੋ ਮਨੌਤ ਹੈ ਉਹਦਾ ਜ਼ਿਕਰ ਕੀਤਾ, ਲਿਖ ਜਾਣ। ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਹ ਲਿਖਣਾ ਆਉਂਦਾ ਵੀ ਹੈ ਤੇ ਉਹ ਲਿਖਦੇ ਰਹਿੰਦੇ ਹਨ। ਉਹ ਲਿਖ ਜਾਣਨ ਭਾਵ ਉਹਨਾਂ ਨੂੰ ਸਾਡੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਲਿਖਣਾ ਆਉਂਦਾ ਹੈ। ਇਹ ਗੱਲ ਮੰਨੀ ਜਾਂਦੀ ਹੈ ਤੇ ਉਹ ਲਿਖਦੇ ਹੀ ਰਹਿੰਦੇ ਹਨ। ਲਿਖ ਉਹ ਲਗਾਤਾਰ ਲਿਖਦੇ ਜਾ ਰਹੇ ਹਨ ਤੇ ਜੋ ਉਹਨਾਂ ਨੇ ਲਗਾਤਾਰ ਲਿਖਿਆ ਹੁੰਦਾ ਹੈ, ਹਿਸਾਬ ਕਿਤਾਬ ਸਾਡਾ ਬਣਾਇਆ ਹੁੰਦਾ ਹੈ, ਇਹ ਮੰਨਿਆ ਜਾਂਦਾ ਹੈ ਕਿ ਉਸ ਚੀਜ਼ ਦੀ ਵਿਚਾਰ ਧਰਮ ਵਿਚਾਰੇ ਕਿ ਭਾਵ ਧਰਮ ਰਾਜ ਉਹ ਵਿਚਾਰ ਕਰਦਾ ਹੈ, ਫੈਸਲਾ ਕਰਦਾ ਹੈ ਸਾਡਾ ਉਸ ਦੇ ਆਧਾਰ ਤੇ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਸਾਡੇ ਕਰਮਾਂ ਦਾ ਹਿਸਾਬ ਲਿਖਣ ਵਾਲੇ ਚਿੱਤਰਗੁਪਤ, ਜਿਨ੍ਹਾਂ ਨੂੰ ਸਾਡੇ ਕਰਮਾਂ ਦਾ ਹਿਸਾਬ ਲਿਖਣਾ ਆਉਂਦਾ ਹੈ ਔਰ ਉਹ ਲਿਖਦੇ ਰਹਿੰਦੇ ਹਨ, ਤੇ ਉਹਨਾਂ ਦੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰ ਕੇ ਸਾਡਾ ਫੈਸਲਾ ਕੀਤਾ। ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰ। ਹੁਣ ਈਸ਼ਰ ਹੋ ਗਿਆ ਸ਼ਿਵ, ਬ੍ਰਹਮਾ ਜੀ ਉਹ ਦੇਵਤਾ ਜੋ ਮੰਨੇ ਗਏ ਹਨ ਜਿਨ੍ਹਾਂ ਨੇ ਜਗਤ ਰਚਿਆ ਹੈ। ਦੇਵੀ ਭਾਵ ਦੇਵੀਆਂ, ਬਹੁਤ ਸਾਰੀਆਂ ਦੇਵੀਆਂ ਨੂੰ ਵੀ ਮੰਨਿਆ ਜਾਂਦਾ ਹੈ। ਸੋਹਣ ਤੇਰੇ ਦਰ ਦੇ ਉੱਤੇ ਸੋਹਣੇ ਲੱਗਦੇ ਹਨ, ਇਹ ਤੇਰੇ ਬਣਾਏ ਹੋਏ ਹਨ, ਸਵਾਰੇ ਹੋਏ ਹਨ, ਤੇਰੇ ਸਦਾ ਸਵਾਰੇ ਭਾਵ ਸੋਹਣੇ ਲੱਗਦੇ ਹਨ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ ਜੀ, ਅਨੇਕਾਂ ਦੇਵੀਆਂ, ਸ਼ਿਵ ਜੀ, ਬ੍ਰਹਮਾ ਆਦਿ ਜਿਹੜੇ ਦੇਵਤੇ ਹਨ ਜੋ ਤੇਰੇ ਹੀ ਸਵਾਰੇ ਹੋਏ ਹਨ ਔਰ ਤੇਰੇ ਦਰ ਦੇ ਉੱਤੇ ਸ਼ੋਭ ਰਹੇ ਹਨ। ਸੋਹਣ ਤੇਰੇ ਦਰ ਦੇ ਉੱਤੇ ਸ਼ੋਭ ਰਹੇ ਹਨ, ਉਹ ਤੈਨੂੰ ਗਾ ਰਹੇ ਹਨ, ਤੇਰੀ ਸਿਫਤ ਸਲਾਹ ਕਰ ਰਹੇ ਹਨ। ਇਹ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਦੇਵੀ ਦੇਵਤਿਆਂ ਨੂੰ ਜਗਤ ਦੇ ਜਨਮ ਦੇਣ ਵਾਲੇ, ਇਸ ਨੂੰ ਖਤਮ ਕਰਨ ਵਾਲੇ, ਇਸ ਨੂੰ ਪਾਲਣ ਵਾਲੇ ਪਰੋਖ ਸ਼ਕਤੀਆਂ ਦੀਆਂ ਪ੍ਰਤੀਕ ਦੇਵੀਆਂ ਮੰਨੀਆਂ ਗਈਆਂ, ਉਹਨਾਂ ਦੀ ਗੱਲ ਕੀਤੀ ਸਤਿਗੁਰੂ ਜੀ ਨੇ। ਇਹ ਸਾਰੇ ਹੀ ਜਿਹੜੇ ਵੱਡੇ ਵੱਡੇ ਕਰੈਕਟਰਸ ਮੰਨੇ ਗਏ ਹਨ, ਵੱਡੇ ਦੇਵਤੇ ਮੰਨੇ ਗਏ ਹਨ, ਇਹ ਤੇਰੇ ਦਰ ਦੇ ਉੱਤੇ ਸ਼ੋਭ ਰਹੇ ਹਨ, ਤੈਨੂੰ ਗਾ ਰਹੇ ਹਨ, ਇਸ ਕਰਕੇ ਸ਼ੋਭ ਰਹੇ ਹਨ ਔਰ ਤੇਰੇ ਹੀ ਸਵਾਰੇ ਹੋਏ, ਤੇਰੇ ਹੀ ਬਣਾਏ ਹੋਏ ਹਨ। ਇਹ ਸੋਹਣੇ ਵੀ ਇਸ ਕਰਕੇ ਲੱਗ ਰਹੇ ਹਨ ਗਾਉਂਦੇ ਹੋਏ ਕਿਉਂਕਿ ਤੂੰ ਹੀ ਇਹਨਾਂ ਨੂੰ ਬਣਾਇਆ ਹੈ। ਭਾਵ ਕਿ ਇਹ ਸਾਰੇ ਉਸ ਅਕਾਲ ਪੁਰਖ ਦੇ ਦਰ ਦੇ ਉੱਤੇ ਉਹਦੀ ਉਸਤਤ ਗਾਉਣ ਵਾਲੇ ਹਨ ਔਰ ਉਹਦੇ ਹੀ ਬਣਾਏ ਹੋਏ ਆਪਾਂ ਨੂੰ ਸਮਝਣੇ ਚਾਹੀਦੇ ਹਨ। ਗਾਵਨ ਤੁਧਨੋਂ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲ। ਇੰਦਰ ਇੱਥੇ ਪਲੂਰਲ ਦੇ ਵਿੱਚ ਵਰਤਿਆ ਗਿਆ ਹੈ। ਇੰਦਰਾਸਨ ਦਾ ਮਤਲਬ ਹੈ ਇੰਦਰ ਦਾ ਆਸਨ। ਜਦੋਂ ਕਿਸੇ ਰਾਜੇ ਦਾ, ਵੱਡੇ ਮਨੁੱਖ ਦਾ ਦਰਬਾਰ ਲੱਗਣਾ ਹੁੰਦਾ ਹੈ ਤਾਂ ਉਹਦੇ ਵਿੱਚ ਉਹਦਾ ਇੱਕ ਵੱਡਾ ਸਾਰਾ ਆਸਨ ਜਾਂ ਤਖਤ ਜਾਂ ਸਿੰਘਾਸਨ ਅਸੀਂ ਕਹਿ ਛੱਡਦੇ ਹਾਂ, ਉਹ ਬਣਾਇਆ ਗਿਆ ਹੁੰਦਾ ਹੈ। ਇੱਥੇ ਸਤਿਗੁਰੂ ਜੀ ਉਹਦੀ ਗੱਲ ਕਰ ਰਹੇ। ਗਾਵਨ ਤੁਧਨੋਂ ਇੰਦਰਾਸਨ ਬੈਠੇ, ਅਨੇਕਾਂ ਇੰਦਰ ਤੈਨੂੰ ਗਾ ਰਹੇ ਹਨ, ਆਪਣੇ ਤਖਤ ਦੇ ਉੱਤੇ ਬੈਠੇ ਹੋ। ਤਖਤ ਤੇ ਕੋਈ ਰਾਜਾ, ਕੋਈ ਵੱਡਾ ਆਦਮੀ ਉਦੋਂ ਬੈਠਦਾ ਹੈ ਜਦੋਂ ਉਹਦਾ ਦਰਬਾਰ ਲੱਗਿਆ ਹੋਵੇ। ਉਸ ਵੇਲੇ ਹੀ ਸੈਰੀਮੋਨੀਅਲੀ ਉੱਥੇ ਬੈਠਦਾ ਹੈ, ਆਪਣੀ ਵਡਿਆਈ ਬਾਕੀਆਂ ਦੇ ਸਾਹਮਣੇ ਪ੍ਰਗਟ ਕਰਨ। ਤਾਂ ਇਸ ਕਰਕੇ ਸਤਿਗੁਰੂ ਜੀ ਨਾਲ ਕਹਿ ਰਹੇ ਹਨ ਕਿ ਜਦੋਂ ਉਹ ਇੰਦਰਾਸਨ ਭਾਵ ਇੰਦਰ ਦੇ ਆਸਨ ਉੱਤੇ ਬੈਠੇ ਇੰਦਰ ਦੇਵਤੇ ਗਾ ਰਹੇ ਹਨ, ਦੇਵਤਿਆਂ ਦਰ ਨਾਲੇ, ਤਾਂ ਉਹਨਾਂ ਦੇ ਦਰਬਾਰ ਦੇ ਵਿੱਚ ਵੀ ਦੇਵਤੇ ਮੰਨੇ ਗਏ ਹਨ। ਤਾਂ ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਵੀ ਨਾਲ ਲੈ ਕੇ, ਜਿਹੜੇ ਉਹਨਾਂ ਦੇ ਦਰਬਾਰ ਦੇ ਵਿੱਚ ਆਪਾਂ ਇਹ ਸਮਝ ਲਈਏ ਕਿ ਹੇ ਪ੍ਰਭੂ ਜੀ, ਤੁਹਾਡੇ ਦਰ ਦੇ ਉੱਤੇ, ਤੁਹਾਡੇ ਦਰਵਾਜ਼ੇ ਤੇ, ਤੁਹਾਡੇ ਦਰਬਾਰ ਦੇ ਬਾਹਰ ਅਨੇਕਾਂ ਹੀ ਇੰਦਰ ਆਪਣੇ ਆਸਨ ਲਗਾ ਕੇ ਬੈਠੇ, ਭਾਵ ਆਪਣੇ ਪੂਰੇ ਦਰਬਾਰਾਂ ਦੇ ਸਮੇਤ ਆਪਣੇ ਦੇਵਤੇ ਜਿਹੜੇ ਉਹਨਾਂ ਦੇ ਦਰਬਾਰੀ ਹਨ, ਉਹਨਾਂ ਸਾਰਿਆਂ ਨੂੰ ਇਹ ਨਾਲ ਲੈ ਕੇ ਤੁਹਾਡੇ ਦਰ ਦੇ ਉੱਤੇ ਹੇ ਵਾਹਿਗੁਰੂ ਜੀ, ਇਹ ਸਾਰੇ ਦੇਵੀ ਦੇਵਤੇ ਇਹ ਤੇਰੀ ਸਿਫਤ ਸਲਾਹ ਕਰ ਰਹੇ ਹਨ, ਤੁਹਾਡੇ ਦਰ ਤੇ ਖੜੇ ਹਨ, ਤੁਹਾਡੀਆਂ ਸਿਫਤਾਂ ਦੇ ਗੀਤ ਗਾ ਰਹੇ।
ਅੱਗੇ ਸਤਿਗੁਰੂ ਜੀ ਕਹਿੰਦੇ ਹਨ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਸਿੱਧ ਹੁੰਦੇ ਹਨ ਜਿਹੜੇ ਉਹ ਜੋਗੀ ਮੰਨੇ ਗਏ ਹਨ, ਜਿਹੜੇ ਪੁੱਗੇ ਹੋਏ, ਜਿਨ੍ਹਾਂ ਨੇ ਸਿੱਧੀ ਭਾਵ ਕਿਸੇ ਕੰਮ ਦੇ ਵਿੱਚ ਸਭ ਤੋਂ ਉੱਚੀ ਮਹਾਰਤ ਹਾਸਲ ਕਰ ਲਈ ਹੈ। ਸਮਾਧੀ ਅੰਦਰ ਇਹਨਾਂ ਦੇ ਬਾਰੇ ਮੰਨਿਆ ਜਾਂਦਾ ਕਿ ਇਹਨਾਂ ਦੀਆਂ ਜੋ ਵੀ ਪ੍ਰਾਪਤੀਆਂ ਹੁੰਦੀਆਂ ਨੇ, ਸਮਾਧੀਆਂ ਲਾ ਕੇ, ਕੌਨਸੈਂਟਰੇਟ ਕਰਕੇ, ਮੈਡੀਟੇਸ਼ਨ ਜਿਹਨੂੰ ਅੱਜ ਕੱਲ੍ਹ ਕਹਿ ਦਿੱਤਾ ਜਾਂਦਾ ਹੈ, ਇਹ ਉਹਨਾਂ ਦਾ ਸਿਧਾਂਤ ਹੈ। ਤੋ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰ। ਜਿਹੜੇ ਸਾਧੂ ਪੁਰਸ਼ ਹੁੰਦੇ ਹਨ ਉਹ ਵੀ ਤੁਹਾਨੂੰ ਗਾ ਰਹੇ ਹਨ, ਪਰ ਸਾਧਾਂ ਦੇ ਸਿੱਧਾਂ ਦਾ ਉਸ ਪ੍ਰਭੂ ਦੇ ਨਾਲ ਜਾਂ ਆਪਣੇ ਅੰਦਰ ਜੁੜਨ ਦਾ ਜਿਹੜਾ ਸਮਾਧੀ ਦਾ ਢੰਗ ਹੈ, ਪਰ ਜਿਹੜੇ ਸਾਧੂ ਜਨ ਹੁੰਦੇ ਹਨ ਉਹਨਾਂ ਦਾ ਕੀ ਢੰਗ ਹੈ ਕਿ ਉਹ ਆਪ ਵਿਚਾਰ ਕਰਦੇ ਹਨ ਅਕਾਲ ਪੁਰਖ ਦੀ, ਉਹਦੇ ਗੁਣਾਂ ਦੀ, ਤੇ ਉਹ ਆਪਣੇ ਜੋ ਉਹਨਾਂ ਦੇ ਅਨੁਆਈ ਹੁੰਦੇ ਹਨ, ਚੇਲੇ ਹੁੰਦੇ ਹਨ, ਉਹਨਾਂ ਨੂੰ ਉਹਦੇ ਨਾਲ ਜੋੜਦੇ ਹਨ ਕਿ ਉਹ ਵਿਆਖਿਆਨ ਵਾਂਗ ਕਰਦੇ ਹਨ। ਤੋ ਸਤਿਗੁਰੂ ਜੀ ਕਹਿ ਰਹੇ ਹਨ ਕਿ ਤੁਹਾਡੀ ਉਸਤਤ ਕਰ ਰਹੇ ਹਨ ਸਿੱਧ ਸਮਾਧੀਆਂ ਲਗਾ ਕੇ, ਤੇ ਸਾਧੂ ਲੋਕ ਜਿਹੜੇ ਸਾਧੂ ਜਨ ਹਨ, ਉਹ ਤੁਹਾਡੇ ਗੁਣਾਂ ਦੀ ਵਿਚਾਰ ਕਰ ਕਰਕੇ ਤੁਹਾਡੇ ਗੁਣ ਗਾ ਰਹੇ ਹਨ, ਤੁਹਾਡੇ ਦਰ ਦੇ ਉੱਤੇ ਤੁਹਾਡੀ ਸੱਚ ਸਲਾਹ ਕਰ ਰਹੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਜਤੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਸਰੀਰ ਦੀਆਂ ਵਾਸ਼ਨਾਵਾਂ, ਕਾਮ ਵਾਸ਼ਨਾਵਾਂ ਨੂੰ ਰੋਕ ਲਿਆ, ਉਹਨਾਂ ਨੂੰ ਜਤੀ ਕਿਹਾ ਜਾਂਦਾ। ਸਾਡੇ ਵੀ ਕਈ ਦੇਵਤਿਆਂ ਦੇ ਨਾਲ ਇਸ ਤਰ੍ਹਾਂ ਦੇ ਲਕਬ ਲਗਾ ਦਿੱਤੇ ਜਾਂਦੇ ਹਨ ਕਿ ਜੀ ਫਲਾਣਾ ਦੇਵਤਾ ਬਾਲ ਜਤੀ ਹੈ। ਇਸੇ ਤਰ੍ਹਾਂ ਹੀ ਸਤੀ ਮੰਨਿਆ ਜਾਂਦਾ ਹੈ ਜਿਹੜਾ ਉਹ ਵਿਅਕਤੀ ਹੈ ਜਿਹੜਾ ਦਾਨ ਦੇਣ ਲੱਗਿਆ ਕੋਈ ਹੱਦ ਨਾ ਰੱਖਦਾ ਹੋਵੇ, ਬਸ ਦਾਨ ਬਹੁਤ ਕਰਕੇ ਉਹਨੂੰ ਖੁਸ਼ੀ ਮਿਲਦੀ ਹੈ, ਵੱਡਾ ਦਾਨੀ ਹੈ। ਤੇ ਸੰਤੋਖੀ ਉਹ ਹੋ ਗਿਆ ਜੋ ਥੋੜੇ ਦੇ ਵਿੱਚ ਆਪਣੇ ਮਨ ਦੀ ਤਸੱਲੀ ਕਰ ਲੈਂਦਾ। ਤੇ ਸਤਿਗੁਰੂ ਜੀ ਅੱਗੇ ਕਹਿੰਦੇ ਹਨ, ਗਾਵਨ ਤੁਧਨੋ ਵੀਰ। ਵੀਰ ਭਾਵ ਸੂਰਮੇ, ਤੇ ਕਰਾਰੇ ਭਾਵ ਤਕੜੇ ਸੂਰਮੇ, ਬਹੁਤ ਵੱਡੇ ਸੂਰਮੇ, ਛੋਟੇ ਮੋਟੇ ਸੂਰਮੇ ਨਹੀਂ, ਕਰਾਰੇ। ਹੁਣ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਮਨੁੱਖਾਂ ਦੀ ਗੱਲ ਕਰ ਰਹੇ, ਭਾਵ ਜਿਵੇਂ ਇਸ ਤੋਂ ਪਹਿਲੀ ਪੰਕਤੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਸਿੱਧਾਂ ਦੀ ਗੱਲ ਕੀਤੀ ਹੈ ਤੇ ਸਾਧਾਂ ਦੀ ਗੱਲ ਕੀਤੀ ਹੈ, ਉਸ ਤੋਂ ਪਹਿਲੇ ਦੇਵੀ ਦੇਵਤਿਆਂ ਦੀ ਸਤਿਗੁਰੂ ਜੀ ਨੇ ਗੱਲ ਕੀਤੀ ਸੀ। ਹੁਣ ਮਨੁੱਖਾਂ ਦੀ ਗੱਲ ਕਰ ਰਹੇ ਹਨ, ਜਿਹੜੇ ਮਨੁੱਖ ਬਹੁਤ ਉੱਚੇ ਮੰਨੇ ਜਾਂਦੇ ਹਨ, ਆਮ ਸਾਡੇ ਵਰਗੇ ਮਨੁੱਖਾਂ ਤੋਂ, ਜਿਨ੍ਹਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ। ਪਹਿਲੇ ਸਤਿਗੁਰੂ ਜੀ ਨੇ ਸਿੱਧਾਂ ਦੀ ਤੇ ਸਾਧਾਂ ਦੀ ਗੱਲ ਕੀਤੀ ਸੀ, ਹੁਣ ਸਤਿਗੁਰੂ ਜੀ ਗੱਲ ਕਰ ਰਹੇ ਹਨ ਜਤੀਆਂ ਸਤੀਆਂ ਤੇ ਸੰਤੋਖੀਆਂ ਦੀ। ਔਰ ਜਿਹੜੇ ਤਕੜੇ ਬਹਾਦਰ ਸੂਰਮੇ, ਵੱਡੇ ਸੂਰਮੇ ਗਿਣੇ ਜਾਂਦੇ ਹਨ, ਭਾਵ ਉਹ ਉਹਨਾਂ ਦੀ ਸੂਰਮਤਾਈ ਹੀ ਇੰਨੀ ਹੁੰਦੀ ਹੈ ਕਿ ਸਾਰਾ ਜਗਤ ਉਹਨਾਂ ਦਾ ਲੋਹਾ ਬਣਦਾ ਹੈ। ਇਹੋ ਜਿਹੇ ਬੜਿਆਂ ਦਾ ਜ਼ਿਕਰ ਮਿਥਿਹਾਸ ਵਿੱਚ ਆਉਂਦਾ ਹੈ, ਤਾਂ ਉਧਰ ਇਸ਼ਾਰਾ ਹੈ। ਸਤਿਗੁਰੂ ਜੀ ਕਰ ਰਹੇ ਹਨ ਕਿ ਜਤੀਆਂ ਸਤੀਆਂ ਸੰਤੋਖੀਆਂ ਦਾ ਤੇ ਵੀਰਾਂ ਦੀ ਸਤਿਗੁਰੂ ਜੀ ਗੱਲ ਕਰਦੇ ਹਨ ਕਿ ਹੇ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਇਹ ਸਾਰੇ ਵੀ ਤੇਰੀ ਹੀ ਉਸਤਤ ਕਰ ਰਹੇ ਹਨ। ਜਤੀਆਂ ਦਾ ਜਤ ਕਰਨਾ, ਸਤੀਆਂ ਦਾ ਦਾਨ ਕਰਨਾ, ਸੰਤੋਖੀਆਂ ਦਾ ਸੰਤੋਖ ਵਿੱਚ ਰਹਿਣਾ, ਤੇ ਯੋਧਿਆਂ ਦਾ, ਵੀਰਾਂ ਦਾ ਉਹ ਆਪਣੀ ਵੀਰਤਾ ਨੂੰ ਦਿਖਾਣਾ, ਅਸਲ ਦੇ ਵਿੱਚ ਤੇਰੇ ਗੁਣ ਹੀ ਤਾਂ ਗਾ ਰਹੇ ਹਨ। ਉਹ ਇਉਂ ਸਮਝੋ ਕਿ ਇਹ ਸਾਰੇ ਤੇਰੇ ਦਰ ਦੇ ਉੱਤੇ ਗੁਣ ਗਾ ਰਹੇ ਹਨ, ਤੇਰੀ ਉਸਤਤ ਕਰ ਰਹੇ ਹਨ, ਕਿਉਂਕਿ ਇਹਨਾਂ ਕੋਲ ਜੋ ਵੀ ਗੁਣ ਹਨ ਉਹ ਤੇਰੇ ਦਿੱਤੇ ਹੋਏ ਹੀ ਤਾਂ ਹਨ। ਸਤਿਗੁਰੂ ਜੀ ਕਹਿੰਦੇ ਹਨ, ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸੋ, ਜੁਗ ਜੁਗ ਵੇਦਾਂ ਨਾਲ। ਪੰਡਿਤ ਭਾਵ ਵਿਦਵਾਨ, ਪੜ੍ਹਦੇ ਹਨ। ਰਖੀਸੁਰ ਹੋ ਗਿਆ, ਪੰਜਾਬੀ ਰੂਪ ਹੈ ਰਿਸ਼ੀ ਦਾ, ਰਿਖੀ, ਤੇ ਰਿਖੀ ਈਸ਼ਰ, ਰਖੀਸਰ। ਰਖੀਸਰ ਦਾ ਭਾਵ ਹੋ ਗਿਆ ਜਿਨ੍ਹਾਂ ਨੂੰ ਦੂਸਰੀ ਭਾਸ਼ਾ ਦੇ ਵਿੱਚ ਅਸੀਂ ਮਹਾਰਿਸ਼ੀ ਕਹਿ ਦਿੰਦੇ ਹਾਂ, ਸੰਸਕ੍ਰਿਤ ਹਿੰਦੀ ਦੇ ਵਿੱਚ ਉਹਦਾ ਪੰਜਾਬੀ ਦਾ ਸ਼ਬਦ ਹੈ ਰਖੀਸਰ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਜਿਹੜੇ ਰਿਸ਼ੀ ਹਨ, ਮਹਾਰਿਖੀ ਹਨ, ਵਿਦਵਾਨ ਪੰਡਿਤ ਹਨ, ਉਹ ਤੇਰਾ ਜਸ ਗਾ ਰਹੇ ਹਨ। ਉਹਨਾਂ ਦੇ ਨਾਲ ਕੌਣ ਹੈ? ਔਰ ਇਹ ਜਸ ਜਿਹੜੇ ਗਾ ਰਹੇ ਹਨ, ਇਹ ਨਹੀਂ ਕਿ ਕੋਈ ਇੱਕ ਦਿਨ ਦੋ ਦਿਨ, ਯੁਗ ਯੁਗ, ਯੁਗਾਂ ਤੋਂ ਜਿੰਨੇ ਪੰਡਿਤ, ਜਿੰਨੇ ਵਿਦਵਾਨ ਹੋਏ ਹਨ, ਜਿੰਨੇ ਰਖੀਸਰ ਹੋਏ ਹਨ, ਯੁਗ ਯੁਗ ਭਾਵ ਹਰ ਯੁਗ ਵਿੱਚ, ਕਹਿਣ ਤੋਂ ਭਾਵ ਕਿ ਹਰ ਸਮੇਂ ਦੇ ਵਿੱਚ ਤੇਰਾ ਜਸ ਗਾ ਰਹੇ ਹਨ। ਤੇ ਨਾਲ
ਨਾਲ ਕੌਣ ਜਸ ਗਾ ਰਿਹਾ ਹੈ? ਵੇਦਾਂ ਨਾਲ। ਵੇਦਾਂ ਨੂੰ ਵੀ ਮਨੁੱਖੀ ਕਿਰਤ ਨਹੀਂ ਮੰਨਿਆ ਜਾਂਦਾ ਸਨਾਤਨ ਧਰਮ ਦੇ ਵਿੱਚ, ਇਹਨੂੰ ਰੱਬੀ ਕਿਰਤ, ਆਪਣੇ ਆਪ ਪ੍ਰਗਟ ਹੋਈ ਕਿਰਤ ਮੰਨਿਆ ਜਾਂਦਾ ਹੈ। ਤਾਂ ਉਹਨਾਂ ਨੂੰ ਹੀ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਇਹ ਜਿਹੜੇ ਵੇਦ ਹਨ ਇਹ ਵੀ ਪੰਡਤਾਂ ਦੇ ਨਾਲ, ਵਿਦਵਾਨਾਂ ਦੇ ਨਾਲ, ਰਖੀਸਰਾਂ ਦੇ ਨਾਲ ਸਦਾ ਤੋਂ ਹੀ, ਜੁਗਾਂ ਜੁਗਾਂ ਤੋਂ ਹੀ, ਹਮੇਸ਼ਾ ਤੋਂ ਹੀ ਵੇਦਾਂ ਨੂੰ ਵੀ ਨਾਲ ਲੈ ਕੇ ਤੇਰੀ ਉਸਤਤ ਗਾ ਰਹੇ ਹਨ, ਤੇਰੇ ਦਰ ਦੇ ਉੱਤੇ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਵੀ ਤੇਰੇ ਦਰ ਦੇ ਉੱਤੇ ਗੀਤ ਗਾਉਣ ਵਾਲਿਆਂ ਦੇ ਵਿੱਚ ਹੀ ਆਉਂਦੇ ਹਨ, ਔਰ ਇੱਥੇ ਉਹਨਾਂ ਨੇ ਵੇਦਾਂ ਨੂੰ ਵੀ ਨਾਲ ਸ਼ਾਮਲ ਕਰਦੇ ਹਨ। ਗਾਵਨ ਤੁਧ ਨੂੰ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਸੁਰਗ ਦਾ ਭਾਵ ਸੁਰਗ, ਮੱਛ, ਪਿਆਲੇ, ਇਹ ਤਿੰਨਾਂ ਲੋਕਾਂ ਦੇ ਵਾਸਤੇ ਸ਼ਬਦ ਹਨ, ਕਿਉਂਕਿ ਇੱਕ ਸੁਰਗ ਲੋਕ, ਇੱਕ ਦੂਸਰਾ ਮਾਤ ਲੋਕ ਜਿੱਥੇ ਅਸੀਂ ਵਸਦੇ ਹਾਂ, ਤੇ ਇੱਕ ਪਿਆਲੇ ਭਾਵ ਪਤਾਲ ਲੋਕ ਮੰਨਿਆ ਗਿਆ ਹੈ, ਜਿਹੜਾ ਜ਼ਮੀਨ ਦੇ ਤਲ ਤੋਂ ਥੱਲੇ ਹੁੰਦਾ ਹੈ। ਇਹਦੇ ਬਾਰੇ ਵੀ ਮੰਨਿਆ ਜਾਂਦਾ ਹੈ ਕਿ ਇਹਦੇ ਵਿੱਚ ਇੱਕ ਪੂਰੀ ਦੁਨੀਆ ਹੀ ਸ਼ਾਇਦ ਕਾਇਮ ਹੈ, ਕਿਉਂਕਿ ਬਹੁਤ ਸਾਰੇ ਜੰਤ ਅਸੀਂ ਦੇਖਦੇ ਹਾਂ ਕਿ ਧਰਤੀ ਦੇ ਵਿੱਚ ਰਹਿੰਦੇ ਹਨ, ਜ਼ਮੀਨ ਤੋਂ ਥੱਲੇ ਰਹਿੰਦੇ ਹਨ, ਖੁੱਡਾ ਬਣਾ ਕੇ। ਤੋ ਔਰ ਮੱਛੀਆਂ ਜਿਹੜੀਆਂ ਹਨ ਸਮੁੰਦਰ ਦੇ ਵਿੱਚ ਰਹਿੰਦੀਆਂ ਹਨ, ਪਾਣੀ ਦੇ ਵਿੱਚ, ਉਹ ਜ਼ਮੀਨ ਦੇ ਤਲ ਤੋਂ ਥੱਲੇ ਰਹਿੰਦੀਆਂ ਹਨ। ਤੋ ਇਹਨਾਂ ਦੇ ਆਧਾਰ ਦੇ ਉੱਤੇ ਮੰਨ ਲਿਆ ਗਿਆ ਕਿ ਇੱਕ ਪਤਾਲ ਲੋਕ ਵੀ ਹੈ ਜਿਹੜਾ ਜ਼ਮੀਨ ਦੇ ਥੱਲੇ ਹੈ। ਤੋ ਇਹ ਤਿੰਨ ਲੋਕ ਮੰਨ ਲਏ ਗਏ, ਸੁਰਗ, ਮੱਛ, ਪਿਆਲੇ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਗਾਵਨ ਤੁਧ ਨੂੰ ਮੋਹਣੀਆਂ ਮਨ ਮੋਹਨ। ਮੋਹਣੀਆਂ ਭਾਵ ਉਹ ਸੁੰਦਰ ਇਸਤਰੀਆਂ ਜਿਹੜੀਆਂ ਮਨ ਨੂੰ ਮੋਹ ਲੈਂਦੀਆਂ ਹਨ, ਮਨ ਮੋਹਨ। ਉਹ ਸੁੰਦਰ ਇਸਤਰੀਆਂ ਜੋ ਤਿੰਨਾਂ ਲੋਕਾਂ ਦੇ ਵਿੱਚ, ਸੁਰਗ, ਮੱਛ, ਪਿਆਲੇ, ਤਿੰਨਾਂ ਲੋਕਾਂ ਦੇ ਵਿੱਚ, ਭਾਵ ਹਰ ਜਗ੍ਹਾ ਤੇ ਮਨੁੱਖਾਂ ਦੇ ਮਨ ਨੂੰ ਮੋਹ ਲੈਂਦੀਆਂ ਹਨ, ਉਹ ਇਸਤਰੀਆਂ, ਸੁੰਦਰ ਇਸਤਰੀਆਂ ਵੀ ਤੈਨੂੰ ਗਾ ਰਹੀਆਂ। ਮਿਥਿਹਾਸ ਦੇ ਵਿੱਚ ਸੁੰਦਰ ਇਸਤਰੀਆਂ ਜਿਨ੍ਹਾਂ ਨੂੰ ਸਵਰਗ ਦੀਆਂ ਅਪੱਛਰਾਂ ਕਿਹਾ ਜਾਂਦਾ ਹੈ, ਉਹਨਾਂ ਦੀ ਵੀ ਬੜੀ ਸ਼ਕਤੀ ਮੰਨੀ ਗਈ ਹੈ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਸਭ ਤੇਰੇ ਦਰ ਦੇ ਉੱਤੇ ਤੇਰੀ ਸਿਫਤ ਸਲਾਹ ਕਰਨ ਵਾਲੇ ਹਨ। ਹਰ ਕਿਸਮ ਦੇ ਜੋ ਵੱਡੇ ਵੱਡੇ ਮਨੁੱਖ, ਦੇਵਤੇ, ਸਾਰਿਆਂ ਦਾ ਸਤਿਗੁਰੂ ਜੀ ਨੇ ਜ਼ਿਕਰ ਕਰ ਦਿੱਤਾ ਹੈ। ਪਹਿਲਾਂ ਦੇਵਤਿਆਂ ਦਾ, ਫਿਰ ਸਿੱਧਾਂ ਦਾ, ਸਾਧਾਂ ਦਾ, ਜਤੀ ਸਤੀ, ਵੀਰ ਕਰਾਰੇ, ਪੰਡਿਤ, ਰਖੀਸਰ, ਤੇ ਹੁਣ ਸਤਿਗੁਰੂ ਜੀ ਉਹਨਾਂ ਅਪੱਛਰਾਂ ਦਾ ਵੀ ਕਹਿ ਰਹੇ ਹਨ ਕਿ ਉਹ ਅਪੱਛਰਾਂ ਇੰਨੀਆਂ ਸੁੰਦਰ ਕਿ ਤਿੰਨਾਂ ਲੋਕਾਂ ਨੂੰ ਜਿਹੜੀਆਂ ਮੋਹ ਲੈਣ, ਉਹ ਵੀ ਤੇਰੇ ਅੱਗੇ, ਤੇਰੇ ਦਰ ਦੇ ਅੱਗੇ ਖੜੇ ਹੋ ਕੇ ਤੇਰੇ ਗੁਣ ਗਾ ਰਹੇ ਹਨ, ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ। ਹੁਣ ਸਤਿਗੁਰੂ ਜੀ ਅੱਗੇ ਤੁਰਦੇ ਹਨ, ਗਾਵਨ ਤੁਧ ਨੂੰ ਰਤਨ ਉਪਾਏ ਤੇਰੇ, 68 ਤੀਰਥ ਨਾਲ। 14 ਰਤਨ ਮੰਨੇ ਗਏ ਹਨ, ਪਰ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਰਤਨ ਵੀ ਕਿਸੇ ਹੋਰ ਨੇ ਨਹੀਂ ਬਣਾਏ, ਰਤਨ ਉਪਾਏ ਤੇਰੇ, ਇਹ ਵੀ ਤੇਰੇ ਹੀ ਬਣਾਏ ਗਏ ਹਨ। ਇਹਨਾਂ ਦੇ ਬਾਰੇ ਆਪ ਸਭ ਫੈਮਿਲੀਅਰ ਹੀ ਹੋਵੋਗੇ ਕਿ ਰਤਨਾਂ ਦੇ ਬਾਰੇ ਦੇਵੀ ਦੇਵਤਿਆਂ ਨੇ ਮਿਲ ਕੇ ਤੇ ਖੀਰ ਸਾਗਰ ਨੂੰ ਰਿੜਕਿਆ, ਮੇਰ ਪਰਬਤ ਦੇ ਨਾਲ ਸ਼ੇਸ਼ ਨਾਗ ਨੂੰ ਰੱਸੀ ਬਣਾ ਕੇ ਤੇ ਵਿੱਚੋਂ 14 ਰਤਨ ਨਿਕਲੇ। ਇੱਥੇ ਉਹਨਾਂ ਨੂੰ ਬੜੇ ਮਹਾਨ ਮੰਨਿਆ ਜਾਂਦਾ ਹੈ, ਕਿਉਂਕਿ ਉਹਨਾਂ ਵਿੱਚ ਵੱਡੀਆਂ ਵੱਡੀਆਂ ਅੰਮ੍ਰਿਤ ਵੀ ਹੈ, ਵਿਸ਼ ਵੀ ਹੈ, ਤੇ ਕਲਪ ਬ੍ਰਿਕਸ਼ ਵੀ ਮੰਨਿਆ ਜਾਂਦਾ ਹੈ, ਜਿਹੜਾ ਕਿ ਮੂੰਹ ਮੰਗੀਆਂ ਜਿਹੜੀਆਂ ਦਾਤਾਂ ਦੇ ਦਿੰਦਾ ਹੈ। ਕਾਮ ਧੇਨ ਗਊ ਵੀ ਮੰਨੀ ਜਾਂਦੀ ਹੈ। ਇਸ ਤਰ੍ਹਾਂ ਦੇ 14 ਰਤਨ ਮੰਨੇ ਗਏ ਹਨ, ਤੋ ਉਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਤੇਰੇ ਬਣਾਏ ਹੋਏ ਸਾਰੇ ਰਤਨ ਵੀ ਤੈਨੂੰ ਗਾ ਰਹੇ ਹਨ। ਪਹਿਲਾਂ ਤਾਂ ਇਹ ਸਮਝਾਇਆ ਹੈ ਕਿ ਇਹ ਰਤਨ ਵੀ ਕੋਈ ਆਪਣੇ ਆਪ ਪੈਦਾ ਹੋਏ ਨਹੀਂ, ਤੇਰੇ ਹੀ ਬਣਾਏ ਹੋਏ ਹਨ। ਤੇ ਦੂਸਰਾ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਸਾਰੇ ਤੇਰੇ ਦਰ ਦੇ ਉੱਤੇ ਖੜੇ ਤੇਰੇ ਗੁਣ ਗਾ ਰਹੇ ਹਨ, ਤੇਰੀ ਸਿਫਤ ਸਲਾਹ ਕਰ ਰਹੇ ਹਨ। ਤੇ ਨਾਲ ਇਹਨਾਂ ਦੇ ਕੌਣ ਹਨ? ਜਿਨ੍ਹਾਂ ਦੀ ਇੱਕ ਬੜੀ ਵੱਡੀ ਸ਼ਕਤੀ ਮੰਨੀ ਗਈ ਹੈ, 68 ਤੀਰਥ। ਤੀਰਥ 68 ਵੱਡੇ ਮੰਨੇ ਗਏ ਹਨ ਸਨਾਤਨ ਮਤ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜਿੱਥੇ ਜਾ ਕੇ, ਜਿੱਥੇ ਇਸ਼ਨਾਨ ਔਰ ਹੋਰ ਜੋ ਉਹਨਾਂ ਦੇ ਕਰਮ ਕਾਂਡ, ਰਸਮ ਰਿਵਾਜ ਹਨ, ਉਹ ਕਰਕੇ, ਉਸ ਤਰ੍ਹਾਂ ਦਾ ਦਾਨ ਦੇ ਕੇ ਤੇ ਪੂਜਾ ਹਵਨ ਆਦਿ ਜੋ ਉਹਨਾਂ ਦਾ ਪ੍ਰਿਸਕ੍ਰਾਈਬਡ ਹੈ, ਇਹ ਕਿਹਾ ਜਾਂਦਾ ਹੈ ਕਿ ਤੀਰਥ ਇਸ਼ਨਾਨ ਦੇ ਨਾਲ ਜਦੋਂ ਸਾਰੀਆਂ ਰਸਮਾਂ ਉੱਥੋਂ ਦੇ ਬ੍ਰਾਹਮਣ ਪੰਡਿਆਂ ਦੇ ਬਦੌਲਤ ਪੂਰੀਆਂ ਹੋ ਜਾਂਦੀਆਂ ਹਨ, ਤਾਂ ਉਹਦੇ ਨਾਲ ਮਨੁੱਖ ਦੇ ਸਾਰੇ ਕੀਤੇ ਹੋਏ ਮਾੜੇ ਕਰਮ, ਪਾਪ ਧੋਤੇ ਜਾਂਦੇ ਹਨ। ਇੰਨੇ ਸ਼ਕਤੀਸ਼ਾਲੀ ਮੰਨੇ ਗਏ ਹਨ।
ਕਿ ਬੰਦਾ ਸਾਰੀ ਉਮਰ ਪਾਪ ਕਰਦਾ ਰਹੇ ਤੇ ਇੱਕ ਇਸ਼ਨਾਨ ਦੇ ਨਾਲ ਜਾਂ ਇੱਕ ਉੱਥੇ ਜਾ ਕੇ ਹਵਨ ਕੀਤਾ, ਕੁਝ ਮੰਤਰ ਪੜ੍ਹੇ ਤੇ ਉਹ ਸਾਰੇ ਪਾਪ ਧੋਤੇ ਗਏ। ਇੰਨੀ ਸ਼ਕਤੀ ਤੀਰਥਾਂ ਦੀ ਮੰਨੀ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਵੀ ਇੰਨੇ ਵੱਡੇ ਸ਼ਕਤੀਸ਼ਾਲੀ ਤੀਰਥ ਤੇ ਇੰਨੇ ਮਹਾਨ ਮੰਨੇ ਜਾਂਦੇ ਰਤਨ, ਇਹ ਵੀ ਸੱਚੇ ਪਾਤਸ਼ਾਹ ਹੈ ਵਾਹਿਗੁਰੂ ਅਕਾਲ ਪੁਰਖ, ਇਹ ਵੀ ਤੇਰੇ ਦਰ ਦੇ ਉੱਤੇ ਤੇਰੇ ਗੁਣ ਗਾਉਣ ਵਾਲੇ ਹੀ ਹਨ। ਇਹ ਵੀ ਤੇਰੇ ਦਰ ਦੇ ਉੱਤੇ ਖੜੇ ਤੇਰੀ ਸਿਫਤ ਸਲਾਹ ਕਰ ਰਹੇ ਹਨ। ਗਾਵਨ ਤੁਧਨੋ ਜੋਧ ਮਹਾ ਬਲ ਸੂਰਾ, ਗਾਵਨ ਤੁਧਨੋ ਖਾਣੇ ਚਾਹੇ। ਜੋਧ ਭਾਵ ਜੋਧੇ, ਮਹਾਬਲ ਮਹਾਬਲੀ ਵੱਡੇ ਬਲ ਵਾਲੇ, ਤੇ ਸੂਰਾ ਭਾਵ ਸੂਰਮੇ, ਵੱਡੇ ਵੱਡੇ ਸੂਰਮੇ ਭਾਵ ਬਹੁਤ ਹੀ ਵੱਡੇ ਸੂਰਮੇ। ਉਹਨੇ ਤਿੰਨ ਸ਼ਬਦ ਸਤਿਗੁਰੂ ਜੀ ਨੇ ਵਰਤ ਲਏ ਜਿਨ੍ਹਾਂ ਦਾ ਭਾਵ ਮਿਲਦਾ ਜੁਲਦਾ ਹੈ, ਜੋਧੇ ਮਹਾਬਲੀ ਤੇ ਸੂਰਮੇ। ਇਹ ਸਾਰੇ ਕਹਿਣ ਤੋਂ ਭਾਵ ਕਿ ਅਸੀਂ ਜਿੰਨੇ ਵੀ ਕਿਸਮ ਦੇ ਯੋਧੇ ਮੰਨ ਲਈਏ, ਉਹ ਸਾਰੇ ਤੇਰੀ ਉਸਤਤ ਕਰ ਰਹੇ ਹਨ, ਤੇਰੀ ਸਿਫਤ ਸਲਾਹ ਤੇਰੇ ਦਰ ਦੇ ਉੱਤੇ ਖੜੇ ਕਰ ਰਹੇ ਹਨ। ਤੇ ਗਾਵਨ ਤੁਧਨੋਂ ਖਾਣੀ ਚਾਰੇ, ਚਾਰ ਖਾਣੀਆਂ ਮੰਨੀਆਂ ਗਈਆਂ ਹਨ ਸਾਡੇ ਮੁਲਕ ਦੇ ਵਿੱਚ। ਪੁਰਾਤਨ ਜੋ ਵਿਚਾਰਧਾਰਾ ਚੱਲੀ ਜਾ ਰਹੀ ਹੈ, ਪੂਰੇ ਜੀਵਾਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਉਹਨਾਂ ਨੂੰ ਚਾਰ ਖਾਣੀਆਂ ਕਹਿ ਦਿੱਤਾ। ਖਾਣੀ ਦਾ ਅਰਥ ਇਹ ਹੈ ਕਿ ਜਿਸ ਤਰ੍ਹਾਂ ਉਹ ਜਨਮ ਲੈਂਦੇ ਆ, ਅੰਡਜ ਜੇਰਜ ਸੇਤਜ ਉਤਪੁਜ, ਤੋਂ ਇਹ ਚਾਰ ਜੋ ਖਾਣੀਆਂ ਮੰਨੀਆਂ ਗਈਆਂ, ਇਹਨਾਂ ਦੇ ਵਿੱਚ ਪੂਰੀ ਰਚਨਾ ਜੋ ਅਕਾਲ ਪੁਰਖ ਦੀ ਬਣਾਈ ਹੋਈ ਹੈ, ਉਹ ਸਾਰੀ ਚਾਰ ਹਿੱਸਿਆਂ ਵਿੱਚ ਵੰਡੀ ਹੋਈ ਹੈ। ਤੇ ਜਦੋਂ ਚਾਰੇ ਖਾਣੀਆਂ ਦੀ ਗੱਲ ਹੋਈ ਤਾਂ ਉਹਦਾ ਅਰਥ ਇਹ ਹੋ ਗਿਆ ਕਿ ਤੇਰੀ ਬਣਾਈ ਹੋਈ ਸਾਰੀ ਜਿੰਨੇ ਵੀ ਜੀਵ ਹਨ, ਜਿੰਨੀ ਤੇਰੀ ਰਚਨਾ ਹੈ, ਉਹ ਵੀ ਤੇਰੇ ਦਰ ਦੇ ਉੱਤੇ ਤੇਰੀ ਉਸਤਤ ਕਰ ਰਹੇ ਹਨ, ਤੇਰੀ ਸਿਫਤ ਸਲਾਹ ਕਰ ਰਹੇ ਹਨ। ਭਾਵ ਜੋਧ ਮਹਾਬਲ ਸੂਰਾ ਵੀ ਤੇਰੀ ਉਸਤਤ ਕਰ ਰਹੇ ਹਨ, ਤੇ ਚਾਰੇ ਖਾਣੀਆਂ ਭਾਵ ਜਿੰਨੇ ਜੀਵ ਇਸ ਜਗਤ ਦੇ ਵਿੱਚ ਹਨ, ਉਹ ਸਾਰੇ ਉਹ ਤੇਰੀ ਉਸਤਤ ਹੀ ਕਰ ਰਹੇ ਹਨ, ਤੇਰੀ ਸਿਫਤ ਸਲਾਹ ਕਰ ਰਹੇ ਹਨ। ਕਹਿ ਰਹੇ ਹਨ ਕਿ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤਾਰੇ, ਕਰ ਕਰ ਰੱਖੇ ਤੇਰੇ ਤਾਰੇ। ਸਤਿਗੁਰੂ ਜੀ ਕਹਿ ਰਹੇ ਹਨ ਕਿ ਖੰਡ ਦਾ ਭਾਵ ਟੋਟਾ, ਧਰਤੀ ਦੇ ਜਿੰਨੇ ਹਿੱਸੇ ਮੰਨੇ ਗਏ ਹਨ ਖੰਡ। ਮੰਡਲ ਦਾ ਭਾਵ ਹੈ, ਇਹ ਚੱਕਰ ਕਿਹਾ ਜਾਂਦਾ ਹੈ, ਅਸੀਂ ਇਹਨੂੰ ਅੱਜ ਦੀ ਭਾਸ਼ਾ ਦੇ ਵਿੱਚ ਇੱਕ ਸੋਲਰ ਸਿਸਟਮ ਮੰਨ ਲਈਏ। ਇਹਦੇ ਵਿੱਚ ਇੱਕ ਸੂਰਜ, ਧਰਤੀ, ਚੰਦਰਮਾ ਆਦਿ ਮੰਨੇ ਜਾਂਦੇ ਹਨ। ਤੇ ਬ੍ਰਹਿਮੰਡ ਦਾ ਭਾਵ ਹੈ ਪੂਰੀ ਸ੍ਰਿਸ਼ਟੀ। ਕਰ ਕਰ ਰੱਖੇ, ਜੋ ਤੂੰ ਕਰਕੇ ਬਣਾ ਕੇ ਰੱਖੇ, ਟਿਕਾਏ ਹੋਏ ਹਨ। ਤਾਰੇ ਭਾਵ ਟਿਕਾਏ ਹੋਏ ਹਨ। ਇਹ ਜੋ ਧਰਤੀ ਦੇ ਹਿੱਸੇ, ਇਹ ਸੋਲਰ ਸਿਸਟਮਸ, ਮੰਡਲ ਔਰ ਇਹ ਬ੍ਰਹਿਮੰਡ, ਪੂਰੀ ਸ੍ਰਿਸ਼ਟੀ, ਇਹ ਜੋ ਤੂੰ ਬਣਾ ਕੇ ਆਪੋ ਆਪਣੀ ਥਾਂ ਦੇ ਵਿੱਚ ਟਿਕਾਈ ਹੋਈ ਹੈ, ਇਹ ਤੇਰੇ ਬਣਾਏ ਹੋਏ ਰਸਤਿਆਂ ਦੇ ਉੱਤੇ ਹੀ ਤੇਰੀ ਰਜ਼ਾ ਦੇ ਵਿੱਚ, ਤੇਰੀ ਹੁਕਮ ਦੇ ਵਿੱਚ ਚੱਲ ਰਹੇ ਹਨ ਤੇ ਤੇਰੇ ਗੁਣ ਗਾ ਰਹੇ ਹਨ। ਇਹ ਅਕਾਲ ਪੁਰਖ, ਇਹ ਸਾਰੇ ਇਉਂ ਸਮਝੀਏ ਕਿ ਇਹ ਵੀ ਤੇਰੇ ਦਰ ਦੇ ਉੱਤੇ ਜੋ ਤੇਰੇ ਗੁਣ ਗਾ ਰਹੇ ਹਨ। ਹੁਣ ਇੱਥੇ ਤੱਕ ਸਤਿਗੁਰੂ ਜੀ ਨੇ ਸਾਨੂੰ ਜੋ ਜ਼ਿਕਰ ਕੀਤਾ ਹੈ ਜਿਨ੍ਹਾਂ ਹਸਤੀਆਂ ਦਾ, ਉਹਨਾਂ ਨੂੰ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਤਾਂ ਉਹ ਦੇਵੀ ਦੇਵਤੇ ਆਦਿਕ ਜੋ ਮਨੁੱਖ ਤੋਂ ਉੱਤੇ ਗਿਣੇ ਗਏ ਹਨ, ਜਿਨ੍ਹਾਂ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਧਰਮਰਾਜ ਦਾ, ਚਿਤਰਗੁਪਤ, ਈਸ਼ਰ, ਬ੍ਰਹਮਾ, ਦੇਵੀ, ਇੰਦਰ ਦੇਵਤੇ ਆਦਿਕ, ਮੋਹਣੀਆਂ, ਪਛਰਾਹਟ। ਦੂਜੀ ਕੈਟੇਗਰੀ ਸਤਿਗੁਰੂ ਜੀ ਨੇ ਉਹਨਾਂ ਦੀ ਲਈ ਹੈ ਜੋ ਬੜੇ ਸੁਪੀਰੀਅਰ ਮਨੁੱਖ ਮੰਨੇ ਗਏ ਹਨ, ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਸਿੱਧ, ਸਾਧ, ਜਤੀ, ਸਤੀ, ਸੰਤੋਖੀ, ਬਹਾਦਰ, ਸੂਰਮੇ, ਪੰਡਿਤ ਤੇ ਰਖੀ ਜਿਹੜੇ ਹਨ, ਰਖੀਸਰ। ਤੇ ਤੀਜੀ ਥਾਂ ਤੇ ਆ ਕੇ ਸਤਿਗੁਰੂ ਜੀ ਨੇ ਜੋ ਅਕਾਲ ਪੁਰਖ ਦੀਆਂ ਬਣਾਈਆਂ ਉਹ ਵਸਤਾਂ, ਜਿਨ੍ਹਾਂ ਨੂੰ ਬੜਾ ਪਵਿੱਤਰ ਮੰਨ ਲਿਆ ਗਿਆ, ਉੱਤਮ ਮੰਨ ਲਿਆ ਗਿਆ, ਜਾਂ ਬੜਾ ਸ਼ਕਤੀਸ਼ਾਲੀ ਮੰਨ ਲਿਆ। ਇਹਦੇ ਵਿੱਚ ਨਾਦ ਆ ਗਏ, ਰਾਗ, ਪਰੀ, ਪਵਨ, ਪਾਣੀ, ਬੈਸੰਤਰ, ਵੇਦ, ਰਤਨ ਆ ਗਏ, 68 ਤੀਰਥ ਆ ਗਏ, ਖੰਡ ਮੰਡਲ ਬ੍ਰਹਮੰਡਾ ਆ ਗਏ। ਤੋ ਇਹਨਾਂ ਸਾਰਿਆਂ ਦਾ ਤਿੰਨ ਕੈਟੇਗਰੀਜ਼ ਵਿੱਚ ਵੰਡ ਕੇ ਸਤਿਗੁਰੂ ਜੀ ਨੇ ਇਹਨਾਂ ਸਾਰਿਆਂ ਨੂੰ ਉਸ ਪ੍ਰਭੂ ਦੇ ਦਰ ਦੇ ਉੱਤੇ ਉਹਦੀ ਉਸਤਤ ਗਾਉਣ ਵਾਲੇ ਦੱਸਿਆ।
ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਮੁਤਾਬਕ, ਹੁਕਮ ਦੇ ਅਨੁਸਾਰ ਚੱਲਣ ਵਾਲੇ ਦੱਸਿਆ ਹੈ। ਜਾਂ ਇਉਂ ਕਹਿ ਲਈਏ ਕਿ ਤੇਰੇ ਦਰ ਤੇ ਖੜੇ ਗਾ ਰਹੇ ਹਨ, ਇਹ ਸਭ ਤੇਰੇ ਦਰ ਤੇ ਮੰਗਤਿਆਂ ਵਰਗੇ ਨੇ, ਤੇਰੀ ਉਸਤਤ ਗਾ ਰਹੇ ਹਨ ਤੇਰੇ ਦਰ ਤੇ। ਉਹਨੇ ਸਾਰੇ ਉਹ ਹਨ ਜਿਨ੍ਹਾਂ ਦੇ ਨਾਲ ਸਾਨੂੰ ਜੋੜਨ ਦਾ ਯਤਨ ਕੀਤਾ ਜਾਂਦਾ ਹੈ। ਜਦੋਂ ਸਾਨੂੰ ਇਹਨਾਂ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਉਹਦਾ ਆਪਣੇ ਆਪ ਹੀ ਇਹ ਅਸਰ ਹੋ ਜਾਂਦਾ ਹੈ ਕਿ ਫਿਰ ਸਾਨੂੰ ਪ੍ਰਭੂ ਨਾਲੋਂ ਤੋੜਨ ਦਾ ਹੀ ਅਸਲ ਦੇ ਵਿੱਚ ਯਤਨ ਹੁੰਦਾ ਹੈ। ਜਦੋਂ ਇਹਨਾਂ ਸ਼ਕਤੀਆਂ ਨਾਲ, ਇਹਨਾਂ ਵੱਡੇ ਬੰਦਿਆਂ ਨਾਲ ਜਾਂ ਦੇਵੀ ਦੇਵਤਿਆਂ ਨਾਲ ਜੋੜ ਦਿੱਤਾ ਜਾਂਦਾ ਹੈ, ਤਾਂ ਇਉਂ ਸਮਝ ਲਓ ਇਹਨਾਂ ਨਾਲ ਜੋੜ ਕੇ ਤੇ ਸਾਨੂੰ ਅਕਾਲ ਪੁਰਖ ਨੂੰ ਭੁਲਾ ਦਿੱਤਾ ਜਾਂਦਾ ਹੈ। ਇਹਨਾਂ ਨਾਲ ਜੁੜਨਾ ਇੱਕ ਵੱਖਰੀ ਖੇਡ ਹੈ ਤੇ ਅਕਾਲ ਪੁਰਖ ਨਾਲ ਜੁੜਨਾ ਇੱਕ ਵੱਖਰੀ ਖੇਡ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੇ ਹੈ ਤੇਰੀਆਂ ਹੀ ਕਿਰਤਾਂ ਹਨ, ਤੇਰੇ ਹੀ ਬਣਾਏ ਹੋਏ ਹਨ, ਇਹ ਆਪਣੇ ਆਪ ਪੈਦਾ ਹੋਣ ਵਾਲੇ ਨਹੀਂ, ਤੇ ਇਹ ਤੇਰੇ ਬਣਾਏ ਹੋਏ ਹਨ, ਤੇਰੇ ਤੋਂ ਬਹੁਤ ਛੋਟੇ ਹਨ, ਕਿਉਂਕਿ ਇਹ ਤਾਂ ਤੇਰੇ ਦਰ ਦੇ ਮੰਗਤੇ ਹਨ, ਤੇਰੇ ਦਰ ਤੇ ਖੜੇ ਤੇਰੇ ਗੁਣ ਗਾ ਰਹੇ ਹਨ, ਤੇਰੇ ਹੁਕਮ ਦੇ ਵਿੱਚ ਚੱਲ ਰਹੇ ਹਨ। ਤੋ ਅਕਾਲ ਪੁਰਖ ਨਾਲ ਜੁੜਨਾ ਇੱਕ ਪਾਸੇ ਹੈ ਜੋ ਸਾਡਾ ਸਿਧਾਂਤ ਹੈ, ਤੇ ਇਹਨਾਂ ਸਾਰਿਆਂ ਨਾਲ ਜੁੜਨਾ ਹੋਰ ਕਿਸੇ ਦਾ ਸਿਧਾਂਤ ਹੋਵੇਗਾ, ਸਾਡਾ ਸਿਧਾਂਤ ਨਹੀਂ। ਤੋ ਸਤਿਗੁਰੂ ਜੀ ਨੇ ਇਸ ਤਰੀਕੇ ਦੇ ਨਾਲ ਸਾਨੂੰ ਇੱਕ ਤਾਂ ਇਹਨਾਂ ਤੋਂ ਸੁਚੇਤ ਕੀਤਾ ਹੈ ਕਿ ਇਹਨਾਂ ਦੇ ਨਾਲ ਨਹੀਂ ਭਾਈ, ਅਸੀਂ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਕਿਉਂ ਅੱਗੇ ਜਿਹੜਾ ਸ਼ਬਦ ਦਾ ਬਾਕੀ ਹਿੱਸਾ ਹੈ, ਹੁਣ ਸਤਿਗੁਰੂ ਜੀ ਸਾਨੂੰ ਉਹ ਅਗਲਾ ਹਿੱਸਾ ਜਿਹੜਾ ਹੈ, ਆਪਣਾ ਸਿਧਾਂਤ ਜਿਹੜਾ ਹੈ ਉਹ ਦ੍ਰਿੜ ਕਰਾ ਰਹੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਸੇਈ ਤੁਧ ਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਸੇਈ ਤੁਧ ਨੂੰ ਗਾਉਣ, ਉਹੀ ਤੇਰੀ ਉਸਤਤ ਕਰ ਰਹੇ ਹਨ, ਉਹੀ ਤੈਨੂੰ ਗਾ ਸਕਦੇ ਹਨ। ਕੌਣ? ਜੋ ਤੁਧ ਭਾਵਨ, ਜਿਹੜੇ ਤੈਨੂੰ ਭਾਉਂਦੇ ਹਨ। ਭਾਵਨ ਭਾਵ ਚੰਗੇ ਲੱਗਦੇ ਹਨ, ਜਿਹੜੇ ਤੈਨੂੰ ਭਾਉਂਦੇ ਹਨ ਉਹੀ ਤੇਰੀ ਉਸਤਤ ਕਰ ਰਹੇ ਹਨ। ਤੇ ਹੈਨ ਕੌਣ ਉਹ? ਸਤਿਗੁਰੂ ਜੀ ਕਹਿੰਦੇ ਹਨ ਰਤੇ ਤੇਰੇ ਭਗਤ ਰਸਾਲੇ। ਰਤੇ ਦਾ ਭਾਵ ਹੈ ਰੰਗੇ ਹੋਏ। ਮਤਲਬ ਜਦੋਂ ਕਿਸੇ ਦੇ ਉੱਤੇ ਕੋਈ ਰੰਗ ਚੜ ਜਾਂਦਾ ਹੈ ਤੇ ਉਹ ਰੱਤਾ ਗਿਆ। ਵੈਸੇ ਤਾਂ ਰੱਤਾ ਲਾਲ ਰੰਗ ਹੁੰਦਾ ਹੈ, ਤਾਂ ਇਹੋ ਸਮਝੀਏ ਵੀ ਜਿਹਦੇ ਉੱਤੇ ਉਹ ਰੰਗ ਚੜ ਜਾਏ ਉਹ ਰੱਤਾ ਹੋ ਗਿਆ। ਤੇ ਇਸ ਨੂੰ ਜਨਰਲ ਟਰਮਸ ਦੇ ਵਿੱਚ ਰੱਤੇ ਦਾ ਭਾਵ ਹੈ ਰੰਗਿਆ ਹੋਇਆ। ਭਾਵ ਉਹ ਤੇਰੇ ਰੰਗ ਦੇ ਵਿੱਚ ਰੰਗਿਆ ਹੋਇਆ, ਤੇਰੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ, ਤੇਰੇ ਪ੍ਰੇਮ ਵਿੱਚ ਜਦੋਂ ਮਸਤ ਹੋ ਗਿਆ। ਕੌਣ? ਜਿਹਦੇ ਉੱਤੇ ਤੇਰੀ ਕਿਰਪਾ ਹੋ ਗਈ, ਜਿਹੜਾ ਤੈਨੂੰ ਚੰਗਾ ਲੱਗਿਆ, ਉਹ ਤੇਰੇ ਗੁਣ ਗਾਉਣ ਲੱਗ ਗਿਆ। ਤੋ ਰੱਤੇ ਤੇਰੇ ਭਗਤ ਰਸਾਲੇ। ਰਸਾਲੇ ਦਾ ਭਾਵ ਹੈ ਰਸ ਦੇ ਘਰ। ਰਸ ਤੇ ਆਲੈ। ਆਲੈ ਦਾ ਭਾਵ ਹੈ ਜਿਸ ਜਗ੍ਹਾ ਤੇ ਕੋਈ ਚੀਜ਼ ਹੋਵੇ। ਤੋ ਰਸਾਲੇ ਦਾ ਭਾਵ ਹੈ ਰਸ ਦੇ ਘਰ। ਰਸ ਦੇ ਘਰ ਦਾ ਭਾਵ ਜਿਹੜੇ ਰਸ ਲੈ ਰਹੇ ਹਨ, ਰਸੀਏ ਹਨ। ਤੋ ਹੇ ਅਕਾਲ ਪੁਰਖ ਜੀ, ਹੇ ਵਾਹਿਗੁਰੂ ਜੀ, ਅਸਲ ਦੇ ਵਿੱਚ ਤਾਂ ਤੇਰੀ ਸਿਫਤ ਸਲਾਹ ਉਹੀ ਬੰਦੇ ਕਰ ਸਕਦੇ ਹਨ, ਉਹੀ ਕਰਦੇ ਹਨ। ਭਾਵ ਉਹਨਾਂ ਦੀ ਕੀਤੀ ਹੋਈ ਸਿਫਤ ਸਲਾਹ ਹੀ ਸਫਲ ਹੈ, ਜੋ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਹੁੰਦੇ ਹਨ। ਤੇਰੇ ਰਸੀਏ ਭਗਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ। ਉਹਨਾਂ ਦੀ ਕੀਤੀ ਹੋਈ ਸਿਫਤ ਸਲਾਹ ਹੀ ਅਸਲ ਸਿਫਤ ਸਲਾਹ ਹੈ, ਉਹੀ ਸਿਫਤ ਸਲਾਹ ਪ੍ਰਵਾਨ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸਾਡਾ ਰਸਤਾ ਹੈ ਜੀਵਨ ਦਾ। ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਪ੍ਰੇਮ ਦੇ ਨਾਲ ਜੁੜਨਾ। ਔਰ ਸਤਿਗੁਰੂ ਜੀ ਅੱਗੇ ਕਹਿੰਦੇ ਹਨ ਕਿ ਹੋਰ ਕੇਤੇ ਤੁਧ ਨੂੰ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰ। ਹੋਰ ਕੇਤੇ ਅਨੇਕਾਂ ਤੁਧ ਨੂੰ ਗਾਵਨ, ਤੈਨੂੰ ਗਾ ਰਹੇ ਹਨ, ਸੇ ਮੈਂ ਚਿਤ ਨ ਆਵਨ। ਭਾਵ ਮੇਰੇ ਚਿੱਤ ਵਿੱਚ ਨਹੀਂ ਆਉਂਦੇ, ਮੇਰੇ ਚੇਤੇ ਵਿੱਚ ਨਹੀਂ ਆਉਂਦੇ, ਮੈਂ ਦੱਸ ਨਹੀਂ ਸਕਦਾ। ਨਾਨਕ ਕਿਆ ਵਿਚਾਰੇ। ਨਾਨਕ ਇਹਨਾਂ ਦੀ ਕੀ ਵਿਚਾਰ ਕਰਕੇ ਤੁਹਾਨੂੰ ਦੱਸੇ। ਇੱਥੇ ਸਤਿਗੁਰੂ ਜੀ ਨਾਨਕ ਔਂਕੜ ਦੇ ਨਾਲ ਆਪਣੇ ਬਾਰੇ ਗੱਲ ਕਰ ਰਹੇ ਹਨ ਕਿ ਨਾਨਕ ਕਿਆ ਵਿਚਾਰੇ। ਨਾਨਕ ਕੀ ਵਿਚਾਰ ਕਰਕੇ ਦੱਸ ਸਕਦਾ ਕਿ ਤੈਨੂੰ ਕਿੰਨੇ ਕੁ ਗਾ ਰਹੇ ਹਨ, ਕਿਉਂਕਿ ਮੇਰੇ ਤਾਂ ਚੇਤੇ ਵਿੱਚ ਹੀ ਕੋਈ ਸਾਰੇ ਨਹੀਂ ਆ ਸਕਦੇ ਕਦੀ, ਤਾਂ ਮੈਂ ਦੱਸ ਨਹੀਂ ਸਕਦਾ। ਭਾਵ ਅਨੇਕਾਂ ਅਨੇਕਾਂ ਅਸੰਖਾਂ ਜੀਵ ਤੈਨੂੰ ਗਾ ਰਹੇ ਹਨ, ਤੇਰੀ ਵਡਿਆਈ ਕਰ ਰਹੇ ਹਨ। ਇੰਨੇ ਹਨ ਤੇਰੀ ਵਡਿਆਈ ਕਰਨ ਵਾਲੇ ਕਿ ਨਾਨਕ ਤਾਂ ਉਹਨਾਂ ਦੀ ਵਿਚਾਰ ਕਰਨ ਜੋਗਾ ਵੀ ਨਹੀਂ। ਹੁਣ ਸਤਿਗੁਰੂ ਜੀ ਅੱਗੇ ਦੱਸਦੇ ਹਨ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਸਦਾ
ਸੱਚ ਦਾ ਭਾਵ ਹੈ ਸਦਾ ਸਥਿਰ ਰਹਿਣ ਵਾਲਾ ਸਾਹਿਬ ਸਾਚਾ। ਉਹ ਸਾਹਿਬ ਜਿਹੜਾ ਸਦਾ ਸਥਿਰ ਰਹਿੰਦਾ ਹੈ। ਔਰ ਸਾਚੀ ਭਾਵ ਸਦਾ ਸਥਿਰ ਰਹਿਣ ਵਾਲੀ ਨਾਈ ਦਾ ਅਰਥ ਹੈ ਵਡਿਆਈ। ਹੈ ਵੀ ਹੋਸੀ, ਉਹ ਹੈ ਵੀ ਤੇ ਹਮੇਸ਼ਾ ਰਹੇਗਾ ਵੀ, ਸਥਿਰ ਰਹੇਗਾ। ਹੋਸੀ ਜਾਏ ਨਾ ਜਾਸੀ। ਜਾਏ ਦਾ ਭਾਵ ਜਾਏ ਨਾ ਜਾਸੀ, ਨਾ ਦੋਵੇਂ ਪਾਸੇ ਲੱਗੇਗਾ। ਤੇ ਦੋਨਾਂ ਸ਼ਬਦਾਂ ਦੇ ਅਰਥ ਹਨ, ਉਹ ਜਿਹੜਾ ਜਨਮ ਲੈਂਦਾ ਹੋਵੇ ਉਹ ਜਾਏ 'ਚ ਆ ਗਿਆ, ਤੇ ਜਿਹੜਾ ਜਿਹਨੇ ਮਰਨਾ ਹੈ ਉਹ ਜਾਸੀ ਦੇ ਵਿੱਚ ਆ ਗਿਆ। ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਤਾਂ ਦੋਵਾਂ ਦੇ ਵਿੱਚ ਹੈ, ਉਹ ਜਾਏ ਨਾ ਵੀ ਹੈ ਤੇ ਨਾ ਜਾਸੀ ਵੀ। ਭਾਵ ਉਹ ਜੰਮਦਾ ਨਹੀਂ ਤੇ ਮਰਦਾ ਵੀ ਨਹੀਂ, ਭਾਵ ਸਦਾ ਸਥਿਰ ਰਹੇ। ਰਚਨਾ ਜਿਨ ਰਚਾਈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਸ ਅਕਾਲ ਪੁਰਖ ਪ੍ਰਭੂ ਕਰਤਾਰ ਨੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਰਚਨਾ ਹੈ ਉਹ ਬਣਾਈ ਹੈ। ਤਾਂ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਸ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜਿਹੜਾ ਸਦਾ ਸਥਿਰ ਹੈ, ਸਦਾ ਹੈ, ਉਹਦੀ ਵਡਿਆਈ ਵੀ ਸਦਾ ਰਹਿਣ ਵਾਲੀ ਸਾਚੀ ਨੇ। ਉਸ ਅਕਾਲ ਪੁਰਖ ਦੇ ਗੁਣ ਅਸੀਂ ਗਾਉਣੇ, ਅਸੀਂ ਉਹਦੇ ਨਾਲ ਜੁੜਨਾ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਰ। ਰੰਗੀ ਰੰਗੀ ਭਾਂਤੀ ਕਰ ਕਰ, ਰੰਗੀ ਰੰਗੀ ਭਾਵ ਕਈ ਰੰਗਾਂ ਦੀ, ਤੇ ਭਾਂਤੀ ਦਾ ਭਾਵ ਹੈ ਕਈ ਕਿਸਮਾਂ ਦੀ। ਤੇ ਉਸਨੇ ਕਈ ਕਿਸਮਾਂ ਦੀ, ਕਈ ਰੰਗਾਂ ਦੀ ਰਚਨਾ ਕੀਤੀ ਹੈ, ਕਈ ਜਿਨਸਾਂ ਦੀ ਰਚਨਾ ਕੀਤੀ ਹੈ। ਮਾਇਆ ਜਿਨ ਨੂੰ ਪਾਈ, ਭਾਵ ਇਹ ਸਾਰੀ ਰਚਨਾ ਉਸ ਪ੍ਰਭੂ ਜੀ ਨੇ ਬਣਾਈ ਹੈ। ਕਿੰਨੀਆਂ ਉਹਦੀਆਂ ਕਿਸਮਾਂ ਹਨ, ਕਿੰਨੀਆਂ ਜਿਨਸਾਂ ਹਨ, ਤੇ ਇਹ ਜਿਹੜੀ ਪੂਰੀ ਰਚਨਾ ਉਸ ਅਕਾਲ ਪੁਰਖ ਨੇ ਬਣਾਈ ਹੈ, ਜਿਸ ਦਾ ਜ਼ਿਕਰ ਸਤਿਗੁਰੂ ਜੀ ਨੇ ਉੱਪਰ ਸ਼ੁਰੂ ਕੀਤਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਕਰ ਕਰ ਦੇਖਿਆ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਕਰ ਕਰ ਭਾਵ ਪੈਦਾ ਕਰਕੇ, ਦੇਖਿਆ ਭਾਵ ਸੰਭਾਲ ਕਰਦਾ ਹੈ, ਆਪਣਾ ਰਚਿਆ ਹੋਇਆ, ਕੀਤਾ ਆਪਣਾ, ਆਪਣਾ ਰਚਿਆ ਹੋਇਆ ਇਹ ਜੋ ਜਗਤ ਹੈ ਉਸ ਨੂੰ ਉਹ ਪੈਦਾ ਕਰਕੇ ਉਹਦੀ ਸੰਭਾਲ ਕਰ ਰਿਹਾ ਹੈ। ਕਰ ਕਰ ਦੇਖਿਆ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜਿਵੇਂ ਉਸ ਦੀ ਵਡਿਆਈ ਹੈ, ਜਿਵੇਂ ਉਸ ਦਾ ਹੁਕਮ ਹੈ, ਜਿਵੇਂ ਉਸ ਦੀ ਰਜ਼ਾ ਹੈ, ਉਸ ਤਰੀਕੇ ਦੇ ਨਾਲ ਉਹ ਇਸ ਜਗਤ ਦੀ ਸੰਭਾਲ ਕਰ ਰਿਹਾ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਏ। ਜਿਵੇਂ ਉਹਨੂੰ ਚੰਗਾ ਲੱਗਦਾ ਹੈ, ਜੋ ਤਿਸ ਭਾਵੈ, ਜਿਵੇਂ ਉਹਨੂੰ ਭਾਉਂਦਾ ਹੈ, ਸੋਈ ਕਰਸੀ, ਉਹੀ ਕਰੇਗਾ, ਉਸੇ ਤਰ੍ਹਾਂ ਹੀ ਉਹ ਕਰਦਾ ਹੈ। ਫਿਰ ਹੁਕਮ ਨਾ ਕਰਨਾ। ਇੱਥੇ ਹੁਕਮ ਦਾ ਅਰਥ ਹੈ ਕਿ ਅਸੀਂ ਉਸ ਨੂੰ ਹੁਕਮ ਨਹੀਂ ਕਰ ਸਕਦੇ, ਕੋਈ ਜੀਵ ਉਹਨੂੰ ਕੋਈ ਹੁਕਮ ਨਹੀਂ ਕਰ ਸਕਦਾ ਕਿ ਇੰਜ ਕਰ ਤੇ ਇੰਜ ਨਾ ਕਰ, ਕਿਉਂਕਿ ਉਹ ਅਕਾਲ ਪੁਰਖ ਇਸ ਸ੍ਰਿਸ਼ਟੀ ਦਾ ਰਚਣ ਵਾਲਾ ਹੈ। ਉਹ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ, ਸਭ ਨੂੰ ਜਨਮ ਦੇਣ ਵਾਲਾ ਹੈ, ਸਭ ਨੂੰ ਨਾਸ਼ ਕਰਨ ਵਾਲਾ ਹੈ। ਤਾਂ ਕੋਈ ਜੀਵ ਉਸ ਨੂੰ ਆਪਣੇ ਹੱਠ ਦੇ ਵਿੱਚ, ਆਪਣੀ ਹੈਂਕੜ ਦੇ ਵਿੱਚ, ਆਪਣੇ ਹਉਮੈ ਦੇ ਵਿੱਚ ਉਹਨੂੰ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਇਹ ਚੰਗਾ ਲੱਗਦਾ ਹੈ, ਤੂੰ ਇਸ ਤਰੀਕੇ ਦੇ ਨਾਲ। ਤਾਂ ਜੋ ਕੁਛ ਉਹਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ। ਅਸੀਂ ਉਹਦੇ ਹੁਕਮ ਦੇ ਵਿੱਚ ਕੋਈ ਦਖਲ ਨਹੀਂ ਦੇ ਸਕਦੇ। ਫਿਰ ਹੁਕਮ ਨਾ ਕਰਨਾ ਜੀ, ਅਸੀਂ ਉਹਦੇ ਹੁਕਮ ਦੇ ਵਿੱਚ ਕੋਈ ਦਖਲ ਨਹੀਂ ਦੇ ਸਕਦੇ। ਸੋ ਪਾਤਸ਼ਾਹ ਸ਼ਾਹਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਉਹ ਅਕਾਲ ਪੁਰਖ ਜੋ ਹੈ ਉਹ ਸਾਰੇ ਜਗਤ ਦਾ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਤੇ ਹੇ ਨਾਨਕ, ਨਾਨਕ ਰਹਿਣ ਰਜ਼ਾਈ। ਸਾਨੂੰ ਇਹੀ ਰਹਿਣ ਰਜ਼ਾਈ ਦਾ ਭਾਵ ਹੈ ਕਿ ਸਾਨੂੰ ਇਹੀ ਚੰਗਾ ਲੱਗਦਾ ਹੈ, ਇਹੀ ਫਬਦਾ ਹੈ, ਸਾਡੇ ਕਰਨਯੋਗ ਕੰਮ ਇਹੀ ਹੈ ਕਿ ਅਸੀਂ ਉਹਦੀ ਰਜ਼ਾ ਦੇ ਵਿੱਚ ਚੱਲੀਏ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਹੇ ਨਾਨਕ, ਸਾਨੂੰ ਜੀਵਾਂ ਨੂੰ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਫਬਦਾ ਹੈ। ਤਾਂ ਇਹ ਸਤਿਗੁਰੂ ਜੀ ਨੇ ਜੋ ਅਕਾਲ ਪੁਰਖ ਦਾ ਸਰੂਪ ਸਾਨੂੰ ਇੱਕ ਵਾਰੀ ਫੇਰ ਸਮਝਾਇਆ ਹੈ, ਕਿਸ ਤਰ੍ਹਾਂ ਉਹ ਇਸ ਜਗਤ ਨੂੰ ਚਲਾ ਰਿਹਾ ਹੈ, ਸਾਡੀ ਹਸਤੀ ਕੀ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਹੈ ਕਿ ਉਸ ਦੇ ਨਾਲ ਜੁੜਨ ਦੇ ਵਾਸਤੇ ਜੋ ਅਖੀਰ ਦੇ ਉੱਤੇ ਸਤਿਗੁਰੂ ਜੀ ਨੇ ਕਿਹਾ ਹੈ, ਨਾਨਕ ਰਹਿਣ ਰਜ਼ਾਈ। ਤਾਂ ਇਸ ਭਾਗ ਦੀ ਆਪਾਂ ਇੱਕ ਵਾਰੀ ਛੋਟੀ ਜਿਹੀ ਵਿਚਾਰ ਕਰ ਲਈਏ। ਜਿਹੜੀਆਂ ਚੀਜ਼ਾਂ ਦੋ ਤਿੰਨ ਸਾਨੂੰ ਸਤਿਗੁਰੂ ਜੀ ਨੇ ਸਮਝਾਇਆ ਹੈ,
ਪਹਿਲਾਂ ਤਾਂ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਤੈਨੂੰ ਉਹੀ ਗਾਉਂਦੇ ਹਨ, ਭਾਵ ਤੇਰੇ ਸਿਫਤ ਸਲਾਹ ਵੀ ਉਹੀ ਕਰਦੇ ਹਨ ਜਿਹੜੇ ਤੈਨੂੰ ਚੰਗੇ ਲੱਗਦੇ, ਜੋ ਤੁਧ ਭਾਵ। ਭਾਵ ਅਸੀਂ ਉਹਦੀ ਸਿਫਤ ਸਲਾਹ ਵੀ ਉਹਦੀ ਮਿਹਰ ਨਾਲ, ਉਹਦੀ ਨਜ਼ਰ ਦੇ ਨਾਲ, ਉਹਦੀ ਕਿਰਪਾ ਦੇ ਨਾਲ ਹੀ ਕਰ ਸਕਦੇ। ਉਹਦਾ ਜਸ ਵੀ ਗਾਉਣਾ ਹੈ ਤੇ ਉਹਦੇ ਵਾਸਤੇ ਵੀ ਜੋ ਤੁਧ ਭਾਵਨ ਵਾਲੀ ਗੱਲ ਜਿਹੜੀ ਅਪਲਾਈ ਹੋਏਗੀ, ਅਸੀਂ ਆਪਣੇ ਹੱਠ ਨਾਲ, ਆਪਣੀ ਜ਼ਿੱਦ ਦੇ ਨਾਲ, ਜਾਂ ਆਪਣੇ ਕਿਸੇ ਵੀ ਹੋਰ ਢੰਗ ਨੂੰ ਚੁਣ ਕੇ ਉਹਦੇ ਨਾਲ ਅਸੀਂ ਕਹੀਏ ਕਿ ਅਸੀਂ ਇੱਕ ਅਕਾਲ ਪੁਰਖ ਦੇ ਨਾਲ ਜੁੜ ਜਾਈਏ, ਉਹਦੇ ਗੁਣ ਵੀ ਗਾ ਲਈਏ, ਤੇ ਸਤਿਗੁਰੂ ਕਹਿੰਦੇ ਹਨ ਨਹੀਂ, ਕਿਉਂਕਿ ਕਬੂਲ ਉਹੀ ਗੁਣ ਪੈਣੇ ਹਨ ਜਿਹੜੇ ਤੈਨੂੰ ਚੰਗਣ ਲੱਗਣ ਵਾਲੇ, ਜਿਹੜੇ ਤੇਰੇ ਭਗਤ ਹਨ, ਜਿਹੜੇ ਰਸ ਦੇ ਵਿੱਚ, ਪ੍ਰੇਮ ਦੇ ਵਿੱਚ ਰੰਗੇ ਹੋਏ ਹਨ, ਉਹਨਾਂ ਦੇ ਹੀ ਗੁਣ ਕੀਤੇ ਹੋਏ, ਉਹਨਾਂ ਦੇ ਹੀ ਗੁਣ ਗਾਏ ਹੋਏ ਕਬੂਲ ਪੈਣੇ ਹਨ। ਔਰ ਉਹਦੇ ਨਾਲ ਜੁੜਨਾ ਜਿਹੜਾ ਹੈ ਉਹ ਸਾਡੇ ਵੱਸ ਦਾ ਕੰਮ ਨਹੀਂ। ਜਿਵੇਂ ਸਤਿਗੁਰੂ ਜੀ ਨੇ ਅੱਗੇ ਵੀ ਕਿਹਾ ਹੈ ਕਿ ਹੁਕਮ ਨਾ ਕਰਨਾ ਜਾਏ, ਭਾਵ ਜੇ ਉਹਦੇ ਗੁਣ ਵੀ ਗਾਣੇ ਹਨ ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ, ਜਿਨ੍ਹਾਂ ਨਾਲ ਅਸੀਂ ਉਹਨੂੰ ਚੰਗੇ ਲੱਗ ਸਕੀਏ, ਅਸੀਂ ਆਪਣੇ ਜੀਵਨ ਨੂੰ ਵੈਸਾ ਬਣਾਈਏ ਕਿ ਉਹਨੂੰ ਚੰਗੇ ਲੱਗੀਏ, ਤੇ ਤਾਂ ਹੀ ਸਾਡੇ ਗੁਣ ਗਾਏ ਵੀ ਜਿਹੜੇ ਹਨ ਉਹ ਸਫਲ ਹਨ। ਦੂਜਾ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਸਭ ਦਾ ਮਾਲਕ ਸਦਾ ਥਿਰ ਪ੍ਰਭੂ ਹੀ ਹੈ, ਔਰ ਉਹਦਾ ਹੁਕਮ ਸਭ ਤੋਂ ਉੱਪਰ ਹੈ, ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ। ਤਾਂ ਫਿਰ ਸਾਨੂੰ ਕੀ ਬਣਦਾ ਹੈ? ਸਤਿਗੁਰੂ ਜੀ ਨੇ ਅਖੀਰ ਦੇ ਉੱਤੇ ਜੋ ਬਚਨ ਕੀਤਾ ਹੈ ਕਿ ਨਾਨਕ ਰਹਿਣ ਰਜਾਈ, ਅਸੀਂ ਉਸ ਦੀ ਰਜ਼ਾ ਦੇ ਵਿੱਚ ਚੱਲਣਾ ਹੀ ਸਾਨੂੰ ਬਣਦਾ ਹੈ, ਫਬਦਾ ਹੈ। ਤਾਂ ਇੱਥੇ ਸਾਨੂੰ ਫਿਰ ਪ੍ਰੇਰਨਾ ਸਤਿਗੁਰੂ ਜੀ ਨੇ ਉਹਦੇ ਹੁਕਮ ਦੇ ਵਿੱਚ ਚੱਲਣ ਦੀ ਕੀਤੀ। ਇਸ ਤੋਂ ਪਹਿਲੇ ਜਿਹੜੇ ਸਤਿਗੁਰੂ ਜੀ ਨੇ ਹੋਰਾਂ ਦਾ ਜ਼ਿਕਰ ਕੀਤਾ, ਉਹ ਸਭ ਨੂੰ ਗੁਣ ਗਾਉਂਦੇ ਦਿਖਾਇਆ ਅਕਾਲ ਪੁਰਖ ਦੇ। ਪਰ ਇੱਥੇ ਜਦੋਂ ਸਾਨੂੰ ਉਪਦੇਸ਼ ਕੀਤਾ, ਉਹਦੀ ਰਜ਼ਾ ਦੇ ਵਿੱਚ ਰਹਿਣ ਦਾ ਉਪਦੇਸ਼ ਕੀਤਾ, ਅਖੀਰ ਦੇ ਉੱਤੇ ਸਮਰਾਈਜ਼ ਜਦੋਂ ਕੀਤਾ ਹੈ, ਤੇ ਸਤਿਗੁਰੂ ਜੀ ਗੁਣ ਗਾਣ ਤੋਂ ਬਾਅਦ ਉਹਦੀ ਰਜ਼ਾ ਦੇ ਵਿੱਚ ਰਹਿਣ ਦੀ ਗੱਲ ਕਰਦੇ ਹਨ। ਤੋ ਸਪਸ਼ਟ ਹੈ ਕਿ ਸਾਨੂੰ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਵੈਸਾ ਬਣਾਉਣਾ ਪਏਗਾ ਜਿਸ ਨਾਲ ਅਸੀਂ ਉਹਨੂੰ ਭਾਈਏ ਔਰ ਉਹਦੇ ਗੁਣ ਗਾਉਣ ਦੇ ਯੋਗ ਹੋ ਸਕੀਏ। ਭਾਵ ਸਾਡਾ ਸਿਮਰਨ ਕਰਨਾ, ਸਾਡਾ ਉਹਨੂੰ ਗਾਉਣਾ, ਸਿਫਤ ਸਲਾਹ ਕਰਨੀ, ਇਹ ਵੀ ਤਾਂ ਹੀ ਪ੍ਰਵਾਨ ਹੋ ਸਕਦੀ ਹੈ ਕਿਉਂਕਿ ਜੇ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਾਂਗੇ, ਰਹਿਣ ਰਜ਼ਾਈ ਵਾਲੀ ਅਵਸਥਾ ਵਿੱਚ ਆਵਾਂਗੇ, ਤਾਂ ਹੀ ਅਸੀਂ ਜੋ ਤੁਧ ਭਾਵਨ ਦੀ ਅਵਸਥਾ ਦੇ ਵਿੱਚ ਆ ਸਕਦੇ ਹਾਂ। ਤਾਂ ਹੁਕਮ ਰਜ਼ਾਈ ਚੱਲਣਾ, ਜੋ ਸਾਨੂੰ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਪਹਿਲਾ ਉਪਦੇਸ਼ ਦਿੱਤਾ ਸੀ, ਇੱਥੇ ਉਹ ਦੁਬਾਰਾ ਦ੍ਰਿੜ ਕਰਾ ਰਹੇ ਹਨ ਕਿ ਉਹਦੇ ਹੁਕਮ ਦੇ ਵਿੱਚ ਚੱਲ ਕੇ, ਉਹਨੂੰ ਚੰਗੇ ਲੱਗ ਕੇ ਫਿਰ ਉਹਦੇ ਗੁਣ ਗਾਉਣੇ ਜਿਹੜੇ ਹਨ, ਉਹੀ ਸਾਡੇ ਵਾਸਤੇ ਸਤਿਗੁਰੂ ਜੀ ਨੇ ਰਸਤਾ ਪ੍ਰਿਸਕ੍ਰਾਈਬ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਵੀਰ ਪ੍ਰਭਕੀਰਤ ਸਿੰਘ ਜੀ। ਭਰਪੂਰ ਜਾਣਕਾਰੀ ਪਹਿਲਾਂ ਵੀ ਜਪਜੀ ਸਾਹਿਬ ਵਿੱਚ ਵੀ ਭਰਪੂਰ ਵਿਆਖਿਆ ਸਹਿਤ ਅੱਜ ਆਪ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਐਕਚੁਅਲੀ ਇਹ ਜੋ ਸ਼ਬਦ ਹਨ, 9 ਸ਼ਬਦ, ਇਹ ਗੁਟਕਾ ਸਾਹਿਬ ਜਾਂ ਰਹਿਤ ਮਰਿਆਦਾ ਵਿੱਚ ਰਹਿਰਾਸ ਦੇ ਸਿਰਲੇਖ ਦਰਜ ਹਨ। ਇਸ ਬਾਣੀ ਦਾ ਨਾਮ ਰਹਿਰਾਸ ਕਿਵੇਂ ਪਿਆ, ਕਿਵੇਂ ਪ੍ਰਸਿੱਧ ਹੋਇਆ, ਇਹਦੇ ਬਾਰੇ ਕੋਈ ਸਾਡੇ ਕੋਲ ਇਤਿਹਾਸਿਕ ਪ੍ਰਮਾਣ ਨਹੀਂ ਹੈ, ਸਿਵਾਏ ਇਸ ਖਿਆਲ ਦੇ ਜੋ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਪਦ ਦੇ ਜੇ ਅਰਥ ਅਸੀਂ ਕਰਦੇ ਹਾਂ ਤਾਂ ਇਹਦਾ ਰੋਹ ਰੀਤੀ, ਰਾਸ ਪੂੰਜੀ, ਬੇਨਤੀ, ਮਰਿਆਦਾ, ਚੁਪਈ, ਨਮਸਕਾਰ, ਇਹਦੇ ਅਰਥ ਕਈ ਬਣਦੇ ਹਨ। ਸੋਦਰ ਵਾਲੀ ਬਾਣੀ ਜਿਹੜੀ ਦੇ ਨਾਲ ਜੇ ਰਹਿਰਾਸ ਨਾਮ ਗੁਰੂ ਅਰਜਨ ਦੇਵ ਜੀ ਦੇ ਵੇਲੇ ਜਾਂ ਉਹਨਾਂ ਨੇ ਆਪ ਦਿੱਤਾ ਹੁੰਦਾ, ਉਸ ਵੇਲੇ ਫਿਰ ਇਹਦਾ ਜੋ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਤਾਂ ਉਸ ਬਾਣੀ ਦੇ ਆਰੰਭ ਵਿੱਚ ਸੋਦਰ ਦੀ ਥਾਂ ਤੇ ਰਹਿਰਾਸ ਲਿਖਿਆ ਹੋਣਾ ਚਾਹੀਦਾ ਸੀ। ਇਸ ਦਾ ਮਤਲਬ ਇਹ ਹੈ ਕਿ ਇਹ ਬਾਣੀ ਜੋ ਰਹਿਰਾਸ ਹੈ, ਇਹ ਨਾਮ ਬਾਅਦ ਵਿੱਚ ਹੀ ਕਿਤੇ ਪ੍ਰਚਲਿਤ ਹੋਇਆ। ਪਾਵਨ ਸਰੂਪ ਦੀ ਸੰਪਾਦਨਾ ਪਿੱਛੋਂ ਵੀ ਜੇਕਰ ਛੇਤੀ ਹੀ ਇਹ ਨਾਮ ਰੱਖਿਆ ਜਾਂਦਾ ਤਾਂ ਫਿਰ ਵੀ ਭਾਈ ਗੁਰਦਾਸ ਜੀ ਇਸ ਗੱਲ ਦੀ ਪੁਸ਼ਟੀ ਕਰ ਦਿੰਦੇ, ਕਿਉਂਕਿ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਹਨ ਉਹ ਬਾਅਦ ਵਿੱਚ ਹੀ ਹੋਈਆਂ ਹਨ। ਉਹਨਾਂ ਨੇ ਜਿਹੜੀ ਆਪਣੀਆਂ ਰਚਨਾਵਾਂ ਵਿੱਚ 6ਵੀਂ ਵਾਰ ਦੀ 3ਜੀ ਪੌੜੀ 'ਚ ਲਿਖਿਆ, ਸੰਜੈ ਸੋ ਦਰ ਗਾਵਨਾ, ਮਨ ਮੇਲੀ ਕਰ ਮੇਲ ਮਿਲੰਦੇ। ਫਿਰ ਉਹਨਾਂ ਨੇ ਆਪਣੀ ਪਹਿਲੀ ਵਾਰ ਦੀ 38ਵੀਂ ਪੌੜੀ ਵਿੱਚ ਲਿਖਿਆ, ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਇਸ ਦਾ ਮਤਲਬ ਇਹ ਹੈ
ਵੀ ਇਹ ਬਾਣੀ ਦਾ ਨਾਮ ਉਸ ਵੇਲੇ ਰਹਿਰਾਸ ਨਹੀਂ ਸੀ। ਇਤਿਹਾਸਕ ਖੋਜਾਂ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਇਸ ਬਾਣੀ ਦਾ ਨਾਮ ਦਸਮ ਪਾਤਸ਼ਾਹ ਦੇ ਵੇਲੇ ਪ੍ਰਚਲਿਤ ਸੀ, ਕਿਉਂਕਿ ਭਾਈ ਨੰਦ ਲਾਲ ਸਿੰਘ ਜੀ ਦੇ ਜੋ ਰਹਿਤਨਾਮੇ ਆਉਂਦੇ ਹਨ ਉਹਨਾਂ ਵਿੱਚ ਰਹਿਰਾਸ ਪਦ ਦੀ ਵਰਤੋਂ ਕੀਤੀ ਗਈ ਹੈ। ਉਹਦੇ ਚ ਉਹਨਾਂ ਨੇ ਲਿਖਿਆ, ਬਿਨਾਂ ਰਹਿਰਾਸ ਸਮਾ ਜੋ ਖੋਵੇ, ਕੀਰਤਨ ਪੜ੍ਹੇ ਬਿਨ ਹੈਨ ਜੋ ਸੋਵੇ। ਤਾਂ ਇਹਦਾ ਮਤਲਬ ਇਹ ਹੈ ਵੀ ਉੱਥੇ ਰਹਿਰਾਸ ਪਦ ਦੀ ਵਰਤੋਂ ਜਿਹੜੀ ਹੈ ਉਹ ਆਉਂਦੀ ਹੈ। ਉਸ ਵੇਲੇ ਨਾਮ ਪ੍ਰਚਲਿਤ ਹੋ ਗਿਆ ਸੀ। ਇਸ ਬਾਣੀ ਦੇ ਸਿਰਲੇਖ ਦੇ ਵਿੱਚ ਜਾਂ ਹੈਡਿੰਗ ਦੀ ਵਰਤੋਂ ਜਾਂ ਚੇਂਜ ਹੋਣ ਦੇ ਨਾਲ ਇਸ ਬਾਣੀ ਦਾ ਨਾਮ ਫਿਰ ਸੋਧਾਰ ਰਹਿਰਾਸ ਜਿਹੜਾ ਸੀ ਉਹ ਪ੍ਰਚਲਿਤ ਹੋ ਗਿਆ। ਤੋ ਇਸ ਬਾਣੀ ਨਾਲ ਚੁਪਈ, ਦੋਹਰੇ ਜਾਂ ਕਈ ਸੰਪਰਦਾਵਾਂ ਅੜਿੱਲ ਵੀ ਲਾਉਂਦੇ ਹਨ। ਆਨੰਦ, ਮੁਧਾਵਨੀ, ਇਹ ਲੱਗਣ ਦਾ ਕੋਈ ਲਿਖਤੀ ਪ੍ਰਮਾਣ ਸਾਡੇ ਕੋਲ ਨਹੀਂ ਹੈ ਵੀ ਇਹ ਕਦੋਂ ਸ਼ਾਮਲ ਕੀਤੇ ਗਏ। ਇਹ ਮੈਂ ਆਪਣੀ ਜਾਣਕਾਰੀ, ਆਪ ਜੀ ਦੀ ਜਾਣਕਾਰੀ ਜ਼ਰੂਰ ਸਾਂਝੀ ਕਰਦਾ ਚਾਹੁੰਦਾ ਹਾਂ ਵੀ ਇਹਦੇ ਨਾਲ ਕੋਈ ਲਿਖਤੀ ਜਾਂ ਇਤਿਹਾਸਕ ਪ੍ਰਮਾਣ ਸਾਨੂੰ ਨਹੀਂ ਮਿਲਦਾ। ਪਰ ਹਾਂ, ਇਹ ਮਰਿਆਦਾ ਹੈ ਥੋੜੀ ਬਹੁਤ ਪੁਰਾਣੀ, ਜ਼ਿਆਦਾ ਪੁਰਾਣੀ ਵੀ ਨਹੀਂ ਹੈ, ਕਿਉਂਕਿ ਸਾਡੇ ਵੱਡੇ ਵਡੇਰੇ ਜੋ ਮਾਤਾ ਜੀ, ਪਿਤਾ ਜੀ ਗੱਲ ਦੱਸਦੇ ਸਨ ਕਿ ਅਸੀਂ ਛੋਟੇ ਹੁੰਦੇ 9 ਸ਼ਬਦਾਂ ਦਾ ਪਾਠ ਹੀ ਰਹਿਰਾਸ ਦੇ ਵਿੱਚ ਕਰਦੇ ਸਾਂ। ਇਸ ਦਾ ਮਤਲਬ ਇਹ ਹੈ ਵੀ ਬਹੁਤੀ ਪੁਰਾਣੀ ਵੀ ਨਹੀਂ ਹੈ, ਲੇਕਿਨ ਕੁਝ ਲੋਕ ਇਸਨੂੰ, ਕੁਝ ਜਿਹੜੇ ਵਿਅਕਤੀ ਸਨ ਉਸ ਨੂੰ ਵਿੱਚ ਮਿਲਾ ਕੇ ਪੜ੍ਹਦੇ ਰਹੇ ਹਨ। ਜੇ ਇਹ ਵੀ ਗੱਲ ਪੱਕੀ ਹੈ ਕਿ ਇਹ ਚੁਪਈ ਜਾਂ ਦੋਹਰੇ ਦਸਮ ਪਾਤਸ਼ਾਹ ਨੇ ਇਸ ਬਾਣੀ ਵਿੱਚ ਆਪ ਦਰਜ ਨਹੀਂ ਕੀਤੇ, 100% ਇਹ ਗੱਲ ਪੱਕੀ ਮਿਲਦੀ ਹੈ, ਕਿਉਂਕਿ ਜੇ ਕੀਤੇ ਹੁੰਦੇ ਤਾਂ ਇਸ ਬਾਣੀ ਦਾ ਉਸ ਵੇਲੇ ਹੀ ਇਹ ਪ੍ਰਚਲਿਤ ਹੋ ਜਾਂਦਾ। ਤਾਂ ਇਹ ਵੀ ਕਹਿ ਸਕਦੇ ਹਾਂ ਵੀ ਜੇ ਆਪ ਗੁਰੂ ਸਾਹਿਬ ਜੀ ਨੇ ਕੀਤੇ ਹੁੰਦੇ ਤਾਂ ਇਹ ਬਾਣੀ ਛੋਟੀ ਪੜ੍ਹਨ ਦਾ ਕਿਸੇ ਦਾ ਫਿਰ ਹੌਸਲਾ ਨਾ ਪੈਂਦਾ, ਜਾਂ 9 ਸ਼ਬਦ ਕਰਨ ਦਾ ਕਿਸੇ ਦਾ ਹੌਸਲਾ ਨਹੀਂ ਸੀ ਪੈਣਾ। ਇਸ ਵਾਸਤੇ ਤਾਂ ਗੱਲ ਪ੍ਰਚਲਿਤ, ਇਹ ਪੱਕੀ ਗੱਲ ਹੈ ਕਿ ਇਹ ਬਾਣੀ ਜਿਹੜੀ ਜਾਂ ਦੇ ਵਿੱਚ ਦੋਹਰੇ ਜਾਂ ਚੁਪਈ ਜਾਂ ਅੜਿੱਲ, ਇਹ ਗੁਰੂ ਸਾਹਿਬ ਜੀ ਨੇ ਆਪ ਦਰਜ ਨਹੀਂ ਸੀ ਕੀਤੇ। ਹਾਂ, ਗੁਟਕਿਆਂ ਅਨੁਸਾਰ ਰਹਿਰਾਸ ਸਾਹਿਬ ਜੀ ਦੇ ਪੁਰਾਤਨ ਤੇ ਵਰਤਮਾਨ ਸਰੂਪ ਆਪਸ ਚ ਮਿਲੀਏ ਤਾਂ ਬਹੁਤ ਵੱਡਾ ਅੰਤਰ ਹੈ। ਪੁਰਾਤਨ ਗੁਟਕਾ ਸਾਹਿਬ ਜਿਹੜੇ ਹਨ ਉਹਨਾਂ ਵਿੱਚ ਰਹਿਰਾਸ ਪਹਿਲਾਂ 9 ਸ਼ਬਦਾਂ ਵਾਲੀ ਵੀ ਸਾਨੂੰ ਮਿਲਦੀ ਹੈ। ਇਹਦਾ ਮਤਲਬ ਬਹੁਤ ਵੱਡਾ ਇੱਕ ਅੰਤਰ ਆਉਂਦਾ ਹੈ। ਪ੍ਰਚਲਿਤ ਵਿਚਾਰ ਅਨੁਸਾਰ ਵੀ ਦਸਮ ਗ੍ਰੰਥ ਦੀ ਬਾਣੀ ਦਾ ਪ੍ਰਚਾਰ ਕਰਨ ਲਈ ਜੋ ਮੌਜੂਦਾ ਸਮੇਂ ਵਿੱਚ ਇਹ ਗੱਲ ਪ੍ਰਚਲਿਤ ਹੋ ਰਹੀ ਹੈ, ਇਹ ਸੋਧਾ ਰਹਿਰਾਸ ਸਾਹਿਬ ਦੇ ਨਾਲ ਹੋਰ ਅੜਿੱਲ ਜਾਂ ਚੁਪਈ ਜਾਂ ਜਿਹੜੀਆਂ ਚੀਜ਼ਾਂ ਹਨ ਉਹਨਾਂ ਨੂੰ ਲਾਇਆ ਗਿਆ ਹੈ, ਜਿਨ੍ਹਾਂ ਦੇ ਵਿੱਚ ਵਿਦਵਾਨਾਂ ਅਨੁਸਾਰ ਦੇਵੀ ਦੇਵਤਿਆਂ ਦੀ ਪੂਜਾ ਦਾ ਵਰਣਨ ਹੈ, ਜੋ ਕਿ ਗੁਰਮਤਿ ਅਨੁਸਾਰ ਨਹੀਂ ਹੈ, ਜੋ ਵਿਦਵਾਨ ਇਹ ਗੱਲ ਆਖਦੇ ਹਨ। ਦਸਮ ਗ੍ਰੰਥ ਬਾਰੇ ਵਿਦਵਾਨਾਂ ਵਿੱਚ ਮਤਭੇਦ ਹੋਣ ਕਰਕੇ ਅਕਾਲੀ ਲਹਿਰ ਪਿੱਛੋਂ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਏ ਕੀ ਰਾਖੋ ਸ਼ਰਮਾ ਤੱਕ ਹੀ ਇਹ ਬਾਣੀ ਪੜ੍ਹੀ ਜਾਂਦੀ ਸੀ। ਉਸ ਤੋਂ ਬਾਅਦ ਸੋਧਾਰ ਰਹਿਰਾਸ ਸਾਹਿਬ ਪਾਠ ਦੀ ਜਿਹੜੀ ਮਰਿਆਦਾ ਹੈ ਉਹ ਬਾਅਦ ਵਿੱਚ ਬਦਲ ਗਈ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਸਿੱਖ ਰਹਿਤ ਮਰਿਆਦਾ ਬਣਾਈ ਤਾਂ ਉਹਦੇ ਵਿੱਚ ਇਹਦੇ ਸਰੂਪ ਦੇ ਵਿੱਚ ਤਬਦੀਲੀ ਕੀਤੀ ਗਈ। ਤਾਂ ਇਹ ਤਬਦੀਲੀ ਵਿੱਚ ਹੁਣ 9 ਸ਼ਬਦੇ 25 ਚੁਪਈ ਦੇ ਅੰਕ ਹਨ। ਫਿਰ ਉਸ ਤੋਂ ਬਾਅਦ ਸਵਈਆ ਤੇ ਦੋਹਰਾ ਹੈ, ਇੱਕ ਸਵਈਆ ਹੈ, ਇੱਕ ਦੋਹਰਾ ਹੈ। 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਹਨ। ਉਸ ਤੋਂ ਬਾਅਦ ਮਧਾਵਨੀ ਹੈ ਤੇ ਸ਼ਲੋਕ ਮਹਿਲਾ 5ਵਾਂ ਹੈ। ਇਹ ਸਿੱਖ ਰਹਿਤ ਮਰਿਆਦਾ ਵਿੱਚ ਇਸ ਨੂੰ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ। ਇਹੋ ਹੀ ਹੁਣ ਮਰਿਆਦਾ ਜਿਹੜੀ ਅੱਜ ਕੱਲ੍ਹ ਇਤਿਹਾਸਕ ਸਥਾਨਾਂ ਦੇ ਉੱਤੇ ਜਾਂ ਹੋਰ ਥਾਂ ਤੇ ਚੱਲ ਰਹੀ ਹੈ। ਪਰ ਜੋ ਪਹਿਲਾ ਦਾ ਸਰੂਪ ਮਿਲਦਾ ਹੈ ਉਹ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ ਤੱਕ ਹੀ ਮਿਲਦਾ ਹੈ। ਇਹ ਸਾਡੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਸਾਡੀ ਪੰਥਕ ਮਰਿਆਦਾ ਦੇ ਵਿੱਚ ਇਸ ਦਾ ਸਰੂਪ ਜੋ ਦਿੱਤਾ ਗਿਆ ਹੈ, ਤਾਂ ਇਹ ਸਾਨੂੰ ਹੁਣ ਨਹੀਂ ਬਣਦਾ ਵੀ ਅਸੀਂ ਇਸ ਸਰੂਪ ਨੂੰ ਛੱਡ ਕੇ ਹੋਰ ਪਾਠ ਕਰੀਏ ਜਾਂ ਮਤਲਬ ਅਸੀਂ ਉਹਨੂੰ ਹੋਰ ਵਧਾ ਘਟਾ ਕਰੀਏ, ਜਦ ਕਿ ਇੱਕ ਪੰਥ ਦੇ ਫੈਸਲੇ ਦੇ ਅਨੁਸਾਰ ਇਹ ਜੁਗਤੀ ਜਿਹੜੀ ਹੈ ਇਹ ਸਾਨੂੰ ਮੰਨਣੀ ਚਾਹੀਦੀ ਹੈ। ਇਹ ਵੀ ਮੈਂ ਬੇਨਤੀ ਕਰ ਰਿਹਾ ਕਿ ਪੰਥ ਨੂੰ ਇਹ ਫੈਸਲੇ ਵੀ ਕਰਨੇ ਚਾਹੀਦੇ ਹਨ, ਨਿਰਣੇ ਵੀ ਕਰਨੇ ਚਾਹੀਦੇ ਹਨ ਕਿ ਜਿਹੜੀਆਂ ਰਚਨਾਵਾਂ ਇਸ ਸਤਿਗੁਰੂ ਦੀ ਬਾਣੀ ਨਾਲ ਮੇਲ ਨਹੀਂ ਖਾਂਦੀਆਂ ਉਹਨਾਂ ਨੂੰ ਅਸੀਂ ਇੱਕ ਪਾਸੇ ਕਰ ਦਈਏ। ਇਹ ਪੰਥਕ ਆਗੂਆਂ ਦਾ ਇਹ ਫਰਜ਼ ਬਣਦਾ ਹੈ। ਨਹੀਂ ਤਾਂ ਕੌਮ ਆਉਣ ਵਾਲੀਆਂ ਪਨੀਰੀਆਂ, ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਹੀ ਦੁਵਿਧਾ 'ਚ ਫਸੀਆਂ ਰਹਿਣਗੀਆਂ ਔਰ ਆਪਸ 'ਚ ਲੜਦੀਆਂ ਰਹਿਣਗੀਆਂ, ਸਿਰ ਪੜਦੇ ਰਹਿਣਗੇ, ਆਪਸ 'ਚ ਕਤਲ ਹੁੰਦੇ ਰਹਿਣਗੇ, ਇੱਕ ਦੂਸਰੇ ਦੀਆਂ ਦਸਤਾਰਾਂ ਲੈਂਦੀਆਂ ਰਹਿਣਗੀਆਂ, ਇਹ ਝਗੜੇ ਇਸ ਤਰ੍ਹਾਂ ਹੀ ਵੱਧਦੇ ਰਹਿਣਗੇ। ਪੰਥਕ ਵਿਦਵਾਨਾਂ ਨੂੰ, ਪੰਥ ਦਰਦੀਆਂ ਨੂੰ ਆਪਸ 'ਚ ਜਿਹੜੇ ਮਿਲ ਬੈਠਣ ਔਰ ਇਹਨਾਂ ਚੀਜ਼ਾਂ ਦਾ ਨਿਰਣਾ ਕਰ ਦੇਣ ਤਦ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਇਸ ਵਿੱਚ ਖੂਨ ਖਰਾਬੇ ਤੋਂ ਬਚ ਸਕੇ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ।
ਵੀਰ ਪ੍ਰਭ ਕੀਰਤਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਸਾਡੇ ਨਾਲ ਜਿਹੜੇ ਵੀ ਕੋਈ ਨਵੇਂ ਸ਼ਾਮਲ ਹੋਏ ਉਹਨਾਂ ਦੀ ਜਾਣਕਾਰੀ ਕਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।